ਤੁਹਾਡੇ ਹਸਬੰਡ ਡੈਥ ਹੋਈ ਸੀ ਜਾਂ ਤੁਹਾਡੇ ਹਸਬੰਡ ਦਾ ਕਤਲ ਹੋਇਆ ਸੀ? ਨਹੀਂ ਜੀ, ਉਹਨਾਂ ਦਾ ਮਰਡਰ ਕਰ ਦਿੱਤਾ ਸੀ। ਅਸੀਂ ਇੱਥੋਂ ਵਿਆਹ ਤੇ ਗਏ ਸੀਗੇ ਤੇ ਉੱਥੇ ਗਿਆ ਦਾ ਉਹਨਾਂ ਦਾ ਮਰਡਰ ਹੋ ਗਿਆ। ਜਦੋਂ ਬੇਹੋਸ਼ ਹੋ ਗਿਆ ਤੇ ਇਹਨੂੰ ਰਜਾਈ ਦੇ ਵਿੱਚ ਬੰਡਲ ਬਣਾ ਕੇ ਕਾਰ ਦੇ ਬੂਟ ਵਿੱਚ ਰੱਖ ਕੇ ਬਹੁਤ ਦੂਰ ਕਾਰ ਲਿਜਾ ਕੇ ਕਾਰ ਤੇ ਪੈਟਰੋਲ ਪਾ ਕੇ ਅੱਗ ਲਾਤੀ। ਓ ਮਾਈ ਗॉड। ਕਮਲ, ਸੋ ਕਮਲ ਨੇ ਇਹ ਸ਼ੂਟ ਕਰਾਇਆ, ਤੁਹਾਡੇ ਹਸਬੰਡ ਨੂੰ ਗੋਲੀ ਮਰਾਈ ਹੈ। ਕਿੱਥੇ? ਜਲੰਧਰ ਦੇ ਕਿਹੜੇ ਹੋਟਲ ਦੇ ਅੱਗੇ? ਆਈ ਨੋ, ਜਿਹੜੀ ਔਰਤ ਹੈ ਨਾ, ਕੋਈ ਵੀ ਔਰਤ ਹੈ ਨਾ, ਉਹ ਹਮੇਸ਼ਾ ਹੀ ਇੱਕਦਮ ਵਿਸ਼ਵਾਸ ਕਰ ਲੈਂਦੀ ਹੈ, ਜਿਸ ਕਰਕੇ ਸੰਤੁਲਨ ਜਿਹੜੀ ਹੈ ਜਲਦੀ ਵਿੱਚ ਇੱਕ ਔਰਤ ਆਪਣਾ ਗਵਾਉਂਦੀ ਹੈ। ਤੁਸੀਂ ਆਲਰੇਡੀ ਡਿਸਟਰਬ ਹੋ ਘਰ ਪੱਖੋਂ, ਬੱਚੇ ਪੱਖੋਂ, ਆਪਣੇ ਇੰਨਾ ਦਿਮਾਗ ਤੇ ਕੰਮ ਨਹੀਂ ਕਰਦਾ ਜੇ ਇੰਨਾ ਕੁਝ ਤੁਹਾਡੇ ਨਾਲ ਹੋਇਆ। ਆਈ ਅੰਡਰਸਟੈਂਡ। ਮੇਰੀ ਬੇਟੀ ਨੇ ਕਿਹਾ ਵੀ ਕਿ ਅੰਕਲ ਜੀ ਮੇਰੇ ਵਿਆਹ ਦੇ ਪੈਸੇ ਆ, ਮੇਰਾ ਅਪ੍ਰੈਲ 'ਚ ਵਿਆਹ ਆ, ਇਹ ਪੈਸੇ ਲੈ ਕੇ ਨਾ ਕਿਤੇ ਚਲ ਜਿਓ ਤੇ ਮੇਰਾ ਵਿਆਹ ਪਿੱਛੇ ਰਹਿ ਜਾਵੇ। ਕਹਿੰਦਾ ਨਹੀਂ ਬੇਟਾ, ਜਿੱਦਾਂ ਦੀ ਮੇਰੀਆਂ ਕੁੜੀਆਂ ਆ ਉਦਾਂ ਦੀ ਤੂੰ ਆ, ਇਹ ਤੇਰੇ ਪੈਸੇ ਮੈਂ ਇੱਕ ਹਫ਼ਤੇ 'ਚ ਪਾ ਦਿੰਦੀ ਹਾਂ। 21 ਸਾਲ ਦੇ ਬੱਚੇ ਨੂੰ ਇਸ ਤਰ੍ਹਾਂ ਮੌਤ ਦੀ ਘਾਟ ਉਤਾਰਨਾ, ਉਸ ਤੋਂ ਬਾਅਦ ਗੱਡੀ 'ਚ ਜਾ ਕੇ ਅੱਗ ਦੀ ਲਪੇਟ ਵਿੱਚ ਕਾਰ ਨੂੰ ਦੇਣਾ, ਇੰਨਾ ਵੱਡਾ ਜ਼ੁਲਮ ਕੀਤਾ ਇਹਨਾਂ ਜ਼ਾਲਮ ਲੋਕਾਂ ਨੇ। ਮੈਂ ਇੰਗਲਿਸ਼ ਵਿੱਚ ਬੋਲਾਂਗਾ, ਤੁਸੀਂ ਸਾਨੂੰ ਪਰਮਿਸ਼ਨ ਦੇਣ ਜਾ ਰਹੇ ਹੋ? ਯੈਸ ਔਰ ਨੋ ਪਲੀਜ਼? ਯੈਸ ਜੀ, ਪਲੀਜ਼ ਪ੍ਰੋਸੀਡ। ਤੁਸੀਂ ਲੰਡਨ, ਇੰਗਲੈਂਡ ਦੇ ਕਿਹੜੇ ਸ਼ਹਿਰ ਚੋਂ ਸਾਡੇ ਨਾਲ ਸੰਪਰਕ 'ਚ ਹੋ? ਵੈਕਸਲੀਟ। ਥੋੜੀ ਜਿਹੀ ਉੱਚੀ ਆਵਾਜ਼ ਦਿਓਗੇ? ਔਰ ਸਰ ਮੇਰੇ ਖਿਆਲ ਕਿ ਸਿੱਧ ਸਾਹਿਬ ਵੋਲੀਅਮ ਦੀ ਪ੍ਰੋਬਲਮ ਆ ਰਹੀ ਹੈ। ਵੈਕਸਲੀਟ ਹੈ ਜੀ। ਅੱਛਾ ਜੀ, ਇਹ ਲੰਡਨ ਦੇ ਵਿੱਚ ਹੈ? ਲੰਡਨ ਔਰ ਕੈਂਟ ਦਾ ਬਾਰਡਰ ਹੀ ਆ ਜੀ ਵੈਕਸਲੀਟ। ਤੁਸੀਂ ਕਿੰਨੀ ਉਮਰ ਦੇ ਵਿੱਚ ਲੰਡਨ ਦੇ ਵਿੱਚ ਆਏ? ਹਾਂ ਜੀ, ਸ਼ਾਦੀ ਕਰਾ ਕੇ ਆਏ ਜਾਂ ਫਿਰ ਸ਼ਾਦੀ ਇੱਥੇ ਅਣ ਕੀਤੀ? ਸ਼ਾਦੀ ਕਰਾ ਕੇ ਆਈ ਹਾਂ ਜੀ। ਕਿਹੜੇ ਸਾਲ ਦੀ ਗੱਲ ਹੈ? ਮੈਂ 87 ਚ ਮੇਰਾ ਵਿਆਹ ਹੋਇਆ ਤੇ 88 ਵਿੱਚ ਮੈਂ ਇੱਥੇ ਆਈ। 1988 ਵਿੱਚ ਆਏ ਹੋ। ਆਪ ਜੀ ਦਾ ਪੇਕਾ ਪਿੰਡ ਕਿਹੜਾ ਹੈ? ਉਦੇਸੀਆਂ, ਆਦਮਪੁਰ ਦੇ ਕੋਲ। ਅਦੇਸੀਆਂ। ਤੇ ਸਹੁਰਾ ਪਿੰਡ ਕਿਹੜਾ ਹੈ? ਅਟਲਗੜ੍ਹ, ਹੁਸ਼ਿਆਰਪੁਰ ਚ। ਅਟਲਗੜ੍ਹ। ਤਜਿੰਦਰ ਜੀ, ਇੱਥੇ ਆਣ ਕੇ ਫਿਰ ਤੁਸੀਂ ਤੁਹਾਡਾ ਇੱਕ ਬੱਚੇ ਕਿੰਨੇ ਨੂੰ ਤੁਸੀਂ ਜਨਮ ਦਿੱਤਾ? ਜੀ 2 ਬੱਚੇ, ਇੱਕ ਬੇਟਾ ਇੱਕ ਬੇਟੀ। ਇੱਕ ਬੇਟਾ ਤੇ ਇੱਕ ਬੇਟੀ। ਬੇਟੀ। ਮੈਨੂੰ ਅਫਸੋਸ ਹੈ ਕਿ ਇੱਕ ਬੇਟਾ ਜਿਹੜਾ ਆ, ਹਾਂਜੀ, ਉਹ ਹਮੇਸ਼ਾ ਵਾਸਤੇ ਤੁਹਾਡੇ ਕੋਲੋਂ ਰੱਬ ਨੂੰ ਪਿਆਰਾ ਹੋ ਚੁੱਕਾ। ਹਾਂਜੀ ਹਾਂਜੀ। ਸੋ ਤੁਹਾਡੇ ਕੋਲ ਸਿਰਫ ਇੱਕ ਧੀ ਆ। ਹਾਂਜੀ। ਮੈਨੂੰ ਬੜਾ ਦੁੱਖ ਹੈ ਕਿ ਤੁਸੀਂ ਦੁੱਖਾਂ ਦੀ ਪੰਡ ਚੁੱਕੀ ਫਿਰਦੇ ਹੋ। ਤੇ ਇੱਕ ਤੁਹਾਨੂੰ ਦੁੱਖ ਆਰਥਿਕ ਪੱਖੋਂ ਜਿਹੜਾ ਹੈ, ਜਿਹੜੇ ਲੋਕਾਂ ਨੇ ਦਿੱਤਾ, ਉਸ ਦਾ ਮੈਨੂੰ ਜ਼ਿਆਦਾ ਦੁੱਖ ਹੈ। ਤੁਸੀਂ ਮੇਰੀ ਕੱਲ ਦੱਸੀ ਕਿ ਮੇਰੀ ਭੈਣ ਬਣ ਚੁੱਕੇ ਹੋ। ਜ਼ਿੰਦਗੀ ਵਿੱਚ ਜ਼ਰੂਰੀ ਨਹੀਂ ਕਿ ਇੱਕ ਮਾਂ ਦੀ ਪੇਟੋਂ ਜਨਮ ਲਿਆ ਭੈਣ ਭਰਾ ਹੋ ਸਕਦੇ ਨੇ। ਅਤੇ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਭੈਣ ਭਰਾ ਦਾ ਰਿਸ਼ਤਾ ਵੀ ਨਿਭਾ ਸਕਦੇ ਨੇ। ਹਾਂਜੀ। ਜਿੰਨੇ ਵੀ ਸੁਣਨ ਵਾਲੇ ਨੇ, ਤੁਹਾਡੇ ਸਤਿਕਾਰ ਜੋ ਸਾਰੀਆਂ ਮੇਰੀਆਂ ਭੈਣਾਂ ਨੇ, ਮਾਤਾਵਾਂ ਨੇ, ਅਤੇ ਮੇਰੇ ਪਿਆਰੇ ਨੰਨੇ ਮੁੰਨੇ ਬੱਚੇ ਨੇ, ਤੇ ਮੇਰੇ ਪੂਜਨਿਕ ਸਾਰੇ ਬਜ਼ੁਰਗ ਨੇ। ਇਹ ਮੇਰਾ ਤੁਹਾਡਾ ਸਾਰਿਆਂ ਦਾ ਇੱਕ ਕਿਸਮ ਦਾ ਇਹ ਰਿਸ਼ਤਾ ਹੈ, ਪਰਿਵਾਰਕ ਸਾਡੀ ਸਾਂਝ ਹੈ, ਤੰਦਾਂ ਜੁੜੀਆਂ ਹੋਈਆਂ। ਭਾਵੇਂ ਦੁਨੀਆ ਤੁਸੀਂ ਕਿਸੇ ਵੀ ਕੋਨੇ ਵਿੱਚ ਮੈਨੂੰ ਵੇਖ ਰਹੇ ਹੋ, ਸੁਣ ਰਹੇ ਹੋ। ਤਜਿੰਦਰ, ਤੁਹਾਡੇ ਨਾਲ ਕਿੰਨੇ ਕਰੋੜ ਦੀ ਠੱਗੀ ਵੱਜੀ ਆ, ਜਾਂ ਹੇਰਾਫੇਰੀ ਹੋਈ ਆ, ਜਾਂ ਫਿਰ ਤੁਹਾਡਾ ਲੈਣ ਦੇਣ ਸੀਗਾ ਤੇ ਉਹਦੇ ਵਿੱਚ ਕੋਈ ਉਹਨਾਂ ਵੱਲੋਂ ਦੇਣ ਦੀ ਢਲ ਹੋਈ ਹੈ? ਕੀ ਕਹਿਣਾ ਚਾਹੁੰਦੇ ਹੋ? ਇਹ ਜਦੋਂ ਮੇਰੇ ਹਸਬੰਡ ਦੀ ਡੈਥ ਹੋਈ ਆ ਇੰਡੀਆ ਦੇ ਵਿੱਚ 2009 ਦੇ ਵਿੱਚ। ਤੁਹਾਡੇ ਹਸਬੰਡ ਡੈਥ ਹੋਈ ਸੀ ਜਾਂ ਤੁਹਾਡੇ ਹਸਬੰਡ ਦਾ ਕਤਲ ਹੋਇਆ ਸੀ? ਨਹੀਂ ਜੀ, ਉਹਨਾਂ ਦਾ ਮਰਡਰ ਕਰ ਦਿੱਤਾ ਸੀ। ਅਸੀਂ ਇੱਥੋਂ ਵਿਆਹ ਤੇ ਗਏ ਸੀਗੇ ਤੇ ਉੱਥੇ ਗਿਆ ਦਾ ਉਹਨਾਂ ਦਾ ਮਰਡਰ ਹੋ ਗਿਆ। ਪਰ ਨਾਂ ਕੀ ਸੀ ਤੁਹਾਡੇ ਹਸਬੰਡ ਦਾ? ਚਰਨਜੀਤ ਸਿੰਘ। ਚਰਨਜੀਤ ਸਿੰਘ ਦਾ ਮਰਡਰ ਕਰ ਦਿੱਤਾ ਗਿਆ ਉੱਥੇ? ਹਾਂਜੀ। 2009 ਦੇ ਵਿੱਚ? 9 ਦੇ ਵਿੱਚ, ਹਾਂਜੀ। ਵੈਰੀ ਸੈਡ। ਓਕੇ, ਮੈਂ ਜਾਣਨਾ ਚਾਹੁੰਦਾ ਕਿ ਜਿਹੜਾ ਤੁਹਾਡੇ ਕੋਲ ਇੰਨਾ ਕਰੋੜਾਂ ਰੁਪਈਆ ਲਿਆ, ਉਹਦਾ ਨਾਮ ਕੀ ਹੈ? ਉਹਦਾ ਨਾਮ ਜੀ ਹਰਜਿੰਦਰ ਸਿੰਘ ਧਨੋਆ। ਸਰਦਾਰ ਹਰਜਿੰਦਰ ਸਿੰਘ ਧਨੋਆ। ਤੁਸੀਂ ਕਿਵੇਂ ਜਾਣਦੇ ਹੋ ਉਹਨੂੰ? ਉਹ ਵੀ ਮੇਰੇ ਹਸਬੰਡ ਨੂੰ ਜਾਣਦੇ ਸੀ ਪਹਿਲਾਂ, ਨਾਲੇ ਇੱਥੇ ਸਾਡੇ ਨੇਬਰ ਹੀ ਆ, ਨਾਲ ਦੇ ਸ਼ਹਿਰ 'ਚ ਰਹਿੰਦੇ, ਡਾਟਫੋਰਡ ਦੇ ਵਿੱਚ। ਸੋ ਹਰਜਿੰਦਰ ਸਿੰਘ ਧਨੋਆ ਤੁਹਾਡੇ ਹਸਬੰਡ ਦੇ ਨਜ਼ਦੀਕੀ ਸੀ ਅਤੇ 2009 ਵਿੱਚ ਮਰਡਰ ਹੋ ਗਿਆ। ਉਸ ਤੋਂ ਬਾਅਦ ਹਰਜਿੰਦਰ ਧਨੋਆ ਤੁਹਾਡੇ ਨਾਲ ਤੁਹਾਡੇ ਸੰਪਰਕ 'ਚ ਆਏ? ਨਹੀਂ ਜੀ, ਇਹ ਜਦੋਂ ਉਹਨਾਂ ਦਾ ਮਰਡਰ ਹੋ ਗਿਆ ਆ, ਸਾਨੂੰ ਪਹਿਲਾਂ ਤਾਂ ਮੈਨੂੰ ਤਾਂ ਬਿਲਕੁਲ ਜਾਣਦੇ ਨਹੀਂ ਸੀਗੇ। ਜਦੋਂ ਮਰਡਰ ਹੋ ਗਿਆ ਆ, ਉਦੋਂ ਇਹ ਸਾਡੇ ਪਿੰਡ ਅਫਸੋਸ ਕਰਨ ਆਏ ਸੀ ਅਟਲਗੜ੍ਹ।
ਜੀ। ਉੱਥੇ ਮੈਨੂੰ ਪਹਿਲੀ ਵਾਰੀ ਮਿਲਿਆ। ਇਹ ਮਤਲਬ ਕਿ ਉਹਨਾਂ ਨੇ ਸਹਿਮਤੀ ਦਿਖਾਈ ਇੱਕ ਸਮਾਜ ਤੌਰ ਤੇ ਤੁਹਾਡੇ ਨਾਲ ਦੁੱਖ ਸਾਂਝਾ ਹਾਂਜੀ। ਕਰਨ ਆਏ ਹਰਜਿੰਦਰ ਸਿੰਘ ਧਨੋਆ, ਹਾਂਜੀ। ਔਰ ਦੁੱਖ ਜਿਹੜਾ ਉਹਨਾਂ ਨੂੰ ਵੰਡਾਉਣ ਹਾਂਜੀ। ਦੀ ਕੋਸ਼ਿਸ਼ ਕੀਤੀ, ਫਿਰ ਕੀ ਹੋਇਆ? ਫਿਰ ਜੀ ਮੇਰੇ ਇਨ-ਲॉज ਜਿਹੜੇ ਸੀਗੇ ਉਹ ਮੈਨੂੰ ਬਹੁਤ ਅਪਸੈਟ ਕਰ ਰਹੇ ਸੀਗੇ, ਜਾਨੀ ਉਹ ਇਹ ਗੱਲ ਕਹਿੰਦੇ ਸੀਗੇ ਕਿ ਆਪਣੇ ਹਸਬੰਡ ਨੂੰ ਤੂੰ ਆਪੇ ਮਰਾਤਾ, ਤੇਰੇ ਨਿਆਣਿਆਂ ਨੇ ਮਰਾਤਾ। ਜਦ ਕਿ ਉੱਥੇ ਪੁਲਿਸ ਨੂੰ ਸਾਰਾ ਕੁਝ ਕਲੀਅਰ ਹੋ ਚੁੱਕਾ ਸੀ ਕਿ ਜਿਹੜਾ ਸਾਡਾ ਅਕਾਊਂਟੈਂਟ ਸੀਗਾ ਉਹਦੇ ਕੋਲ ਹੀ ਸਾਡਾ ਸਾਰਾ ਪੈਸਾ ਹੁੰਦਾ ਸੀ, ਸਾਰਾ ਕੁਝ ਉਹਦੇ ਕੋਲ ਸੀਗਾ, ਤੇ ਮੇਰੇ ਹਸਬੰਡ ਉਹਨੂੰ ਬਹੁਤ ਜ਼ਿਆਦਾ ਟਰਸਟ ਕਰਦੇ ਸੀਗੇ ਤੇ ਉਹਦੇ ਥਰੂ ਹੀ ਇੰਡੀਆ ਵਿੱਚ ਪ੍ਰਾਪਰਟੀਆਂ ਖਰੀਦਦੇ ਸੀ, ਉਹਦੇ ਥਰੂ ਹੀ ਇਕੱਲੀ ਗੱਲ ਹੁੰਦੀ ਸੀ। ਉਸ ਬੰਦੇ ਨੇ ਪ੍ਰਾਪਰਟੀਆਂ ਇੰਡੀਆ 'ਚ ਖਰੀਦ ਕੇ ਉਹਨੇ ਬਿਆਨੇ ਤਾਂ ਮੇਰੇ ਹਸਬੰਡ ਦੇ ਨਾਂ ਕਰ ਦਿੱਤੇ, ਤਾਂ ਈਮੇਲ ਕਰ ਦਿੱਤੀ, ਪਰ ਉਹਨੇ ਰਜਿਸਟਰੀਆਂ ਸਾਰੀਆਂ ਆਪਣੇ ਤੇ ਆਪਣੇ ਰਿਸ਼ਤੇਦਾਰਾਂ ਦੇ ਨਾਂ ਕਰ ਲਈਆਂ। ਉਹ ਅਕਾਊਂਟੈਂਟ ਕਿੱਥੋਂ ਦਾ ਆਇਆ? ਉਹ ਵੀ ਆਦਮਪੁਰ ਦਾ ਹੀ ਆ ਜੀ। ਉਹ ਇੰਡੀਆ ਵਿੱਚ ਹੈ? ਉਹ ਸਾਡੇ ਇੱਥੇ ਰਹਿ ਕੇ ਗਿਆ 6 ਸਾਲ, ਤੇ ਉਸ ਤੋਂ ਬਾਅਦ ਫਿਰ ਉਹ ਇੰਡੀਆ ਚਲ ਗਿਆ ਸੀ। ਇੰਡੀਆ ਜਾਂਦੇ ਨੇ ਇਦਾਂ, ਫਿਰ ਉੱਥੇ ਥੋੜੇ ਚਿਰ ਬਾਅਦ ਅਸੀਂ ਚਲੇ ਗਏ ਇੰਡੀਆ, ਤੇ ਉਹਨਾਂ ਨੇ ਮੇਰੇ ਹਸਬੰਡ ਨੇ ਜਾ ਕੇ ਉੱਥੋਂ ਰਜਿਸਟਰੀਆਂ ਤੇ ਪੇਪਰ ਵਰਕ ਮੰਗਿਆ ਸੀ, ਤੇ ਉਹਨੇ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਆਇਆ, ਉਹਨੇ ਇਹਨੂੰ ਕੋਈ ਪੇਪਰ ਵਰਕ ਨਹੀਂ ਇਹਨਾਂ ਨੂੰ ਦਿੱਤਾ, ਤੇ ਜਲੰਧਰ ਸੱਦ ਕੇ ਕੰਟਰੀਨ ਹੋਟਲ ਦੇ ਮੂਹਰੇ ਸ਼ੂਟ ਕਰਵਾਤਾ ਕਿਸੇ ਦੇ ਕੋਲੋਂ। ਤੁਸੀਂ ਦੋਸ਼ ਲਾ ਰਹੇ ਹੋ, ਅਕਾਊਂਟੈਂਟ ਦਾ ਨਾਮ ਕੀ ਹੈ? ਉਹਦਾ ਨਾਮ ਕਮਲ ਸੀ ਜੀ। ਕਮਲ। ਕੀ ਨਾਮ ਜੀ? ਕਮਲ। ਕਮਲ। ਸੋ ਕਮਲ ਨੇ ਇਹ ਸ਼ੂਟ ਕਰਾਇਆ, ਤੁਹਾਡੇ ਹਸਬੰਡ ਨੂੰ ਗੋਲੀ ਮਰਾਈ ਹੈ। ਕਿੱਥੇ? ਜਲੰਧਰ ਦੇ ਕਿਹੜੇ ਹੋਟਲ ਅੱਗੇ? ਕੰਟਰੀਨ ਹੋਟਲ। ਕੰਟਰੀਨ, ਹਾਂ ਠੀਕ ਹੈ। ਹਾਂਜੀ। ਇਹ 2009 ਦੇ ਵਿੱਚ? 9 ਦੇ ਵਿੱਚ, ਹਾਂਜੀ। ਸੈਪਟੈਂਬਰ 28 ਸੈਪਟੈਂਬਰ 2009। ਇਹ ਅਕਾਊਂਟੈਂਟ ਜਿਹੜਾ ਆ ਫਿਰ ਇਹ ਆਦਮਪੁਰ ਦਾ ਹੈ ਪ੍ਰੋਪਰ ਜੀ? ਇਹ ਆਦਮਪੁਰ ਦਾ ਪ੍ਰੋਪਰ ਹੈ। ਇਹ ਫਿਰ ਚਾਰਜ ਕੀਤਾ ਪੁਲਿਸ ਨੇ? ਹਾਂਜੀ, ਫੜ ਲਿਆ ਸੀ ਦੂਜੇ ਦਿਨ ਜੀ। ਇਹ ਫਿਰ ਜੇਲ੍ਹ ਗਿਆ? ਜੇਲ੍ਹ ਗਿਆ, ਹਾਂਜੀ। ਕਿੰਨਾ ਸਮਾਂ ਜੇਲ੍ਹ 'ਚ ਰਿਹਾ? ਉਹਨੂੰ ਉਦੋਂ ਤਾਂ ਕਹਿੰਦੇ ਸੀ ਜੀ ਉਮਰ ਕੈਦ ਹੋਈ ਆ, ਪਰ ਉਹ 8 ਸਾਲ ਬਾਅਦ ਆ ਗਿਆ। ਹੋ ਸਕਦਾ ਕਿ ਪਰੋਲ ਤੇ ਹੋਵੇ ਜਾਂ ਫਿਰ ਉਹ ਜ਼ਮਾਨਤ ਤੇ ਹੋਵੇ, ਸੁਪਰੀਮ ਕੋਰਟ ਹਾਈ ਕੋਰਟ 'ਚ ਫੈਸਲਾ ਹੋਣਾ ਹੋਵੇ। ਆਈ ਡੋਂਟ ਨੋ, ਪਤਾ ਨਹੀਂ ਜੀ ਮੈਨੂੰ ਤਾਂ। ਕਦੋਂ ਵਾਪਸ ਆਇਆ ਫਿਰ ਬਾਹਰ? ਮਤਲਬ 17-18 ਚ ਬਾਹਰ ਆਇਆ ਫਿਰ? ਹਾਂਜੀ ਹਾਂਜੀ, ਆ ਗਿਆ। ਹਾਂਜੀ, ਆਏ ਸੀ। ਸੋ ਕਤਲ ਕਿਉਂ ਕੀਤਾ? ਇਹਨੇ ਕਤਲ ਕਿਉਂ ਕੀਤਾ ਵੈਸੇ ਇਸ ਕਮਲ ਨੇ? ਉਹਨੇ ਜੀ ਕੀਤਾ ਪੁਲਿਸ ਦੇ ਸਾਹਮਣੇ ਦਾ ਇਹ ਗੱਲ ਪ੍ਰੂਵ ਕੀਤੀ ਆ ਕਿ ਉਹ ਕਹਿੰਦਾ ਮੈਂ 35 ਲੱਖ ਰੁਪਈਆ ਚਰਨਜੀਤ ਦਾ ਦੇਣਾ ਸੀ, ਤੇ ਉਹ ਮੇਰੇ ਤੋਂ ਮੰਗਦਾ ਸੀ, ਪਰ 35 ਲੱਖ ਨਹੀਂ ਸੀ, ਪੈਸਾ ਕਰੋੜਾਂ 'ਚ ਸੀ ਉਹਦੇ ਕੋਲ। ਤੁਹਾਡੇ ਹਸਬੰਡ ਦਾ ਕਾਰੋਬਾਰ ਕੀ ਸੀ ਇੰਗਲੈਂਡ 'ਚ? ਜੀ ਇਹਨਾਂ ਦੀ ਏਮਪਲੋਇਮੈਂਟ ਏਜੰਸੀ ਸੀ, ਅਸੀਂ ਦੋਨੇ ਹਸਬੰਡ ਵਾਈਫ ਰਨ ਕਰਦੇ ਸੀ। ਅਨਪਲੋਇਮੈਂਟ ਏਜੰਸੀ? ਤੁਸੀਂ ਕੰਮ ਕਰਨ ਵਾਲੇ ਲੋਕਾਂ ਨੂੰ ਸਪਲਾਈ ਕਰਦੇ ਹੋ? ਹਾਂਜੀ, ਫੈਕਟਰੀਆਂ ਵਿੱਚ। ਉਸ ਵੇਲੇ ਜੀ ਸਾਡੀਆਂ 15 ਫੈਕਟਰੀਆਂ ਸੀ ਤੇ 7000 ਬੰਦਾ ਸਾਡੇ ਲਈ ਕੰਮ ਕਰਦਾ ਸੀ। 15 ਫੈਕਟਰੀਆਂ ਦੇ ਮਾਲਕ ਸੀ ਭੈਣ ਜੀ ਤੁਸੀਂ, ਤੇ 7 ਅਸੀਂ ਲੇਬਰ ਸਪਲਾਈ ਕਰ ਰਹੇ ਸੀ ਜੀ। ਮੈਂ ਸਮਝ ਗਿਆ, ਕੰਮ ਕਰਨ ਵਾਲੇ ਬੰਦੇ ਹੋਏ ਹੋਗੇ ਨਾ? ਹਾਂਜੀ। ਅੱਛਾ, ਤੁਸੀਂ 15 ਫੈਕਟਰੀਆਂ ਤੇ ਕਿੰਨੇ EMPLOYE ਕਿੰਨੇ ਸੀਗੇ? 7000 ਬੰਦਾ ਸੀ, ਹਾਂਜੀ, ਜਿਹੜਾ ਡੇ ਨਾਈਟ ਚੱਲਦਾ ਸੀ। ਫੈਕਟਰੀਆਂ ਕਾਹਦੀਆਂ ਸੀ ਤੁਹਾਡੀਆਂ? ਫਰੂਟ ਪੈਕ ਹੁੰਦਾ ਸੀ ਜੀ ਉੱਥੇ। ਮੈਂ ਸਮਝ ਗਿਆ, ਫੈਕਟਰੀਆਂ ਸੀਗੀਆਂ 15 ਜਿਹੜੀਆਂ ਕਿ ਤੁਸੀਂ ਤੁਹਾਡੇ ਮਤਲਬ ਜਿਹਨਾਂ ਨੂੰ ਤੁਸੀਂ ਸਪਲਾਈ ਕਰ ਰਹੇ ਸੀਗੇ ਇਹ ਲੋਕ ਕੰਮ ਕਰਨ ਵਾਲੇ? ਹਾਂਜੀ, ਕੰਮ ਹੈ। ਹਾਂਜੀ, ਹਾਂਜੀ। ਸੋ ਹੁਣ ਇਹਨਾਂ ਵਿੱਚੋਂ ਕੋਈ ਤੁਹਾਡੇ ਪਾਸ ਬਿਜ਼ਨਸ ਹੈ ਜਾਂ ਬਿਜ਼ਨਸ ਵੀ ਜਾ ਚੁੱਕਾ, ਘਰ ਵਾਲਾ ਵੀ ਚਲੇ ਗਿਆ? ਨਹੀਂ ਜੀ, ਕੋਈ ਬਿਜ਼ਨਸ ਨਹੀਂ, ਮੈਨ ਪਾਵਰ ਹੈ ਨਹੀਂ ਜੀ ਮੇਰੇ ਕੋਲ ਇਸ ਵੇਲੇ, ਕੋਈ ਵੀ ਕੁਝ ਨਹੀਂ ਹੈ। ਸੋ ਉਸ ਤੋਂ ਬਾਅਦ ਤੁਹਾਡਾ ਬੱਚੇ ਦਾ ਵੀ ਕਤਲ ਹੋ ਗਿਆ ਸੀਗਾ ਜੀ? ਮੇਰੇ ਹਸਬੰਡ ਦਾ ਸੈਪਟੈਂਬਰ ਵਿੱਚ ਉੱਥੇ ਹੋਇਆ। ਫਿਰ ਅਸੀਂ 14 ਦਿਨਾਂ ਬਾਅਦ ਅਸੀਂ ਇੱਥੇ ਆ ਗਏ ਸੀ ਇੰਗਲੈਂਡ ਦੇ ਵਿੱਚ। ਤੇ ਇੱਥੇ ਆ ਕੇ ਠੀਕ ਮੇਰਾ ਬੇਟਾ ਕੰਮ ਕਰਦਾ ਸੀ ਸਾਡੇ ਨਾਲ, ਉਹ 8 ਸਾਲਾਂ ਦਾ ਸੀ ਜਦ ਦਾ ਉਹ ਸਾਡੇ ਨਾਲ ਵੇਜੀਸ ਬਣਾਉਂਦਾ ਸੀ, ਤੇ ਕਾਫੀ ਇੰਟੈਲੀਜੈਂਟ ਮੁੰਡਾ ਸੀਗਾ, ਤੇ ਉਹਨੇ ਆਪਣਾ ਕੰਮ ਚੱਕ ਲਿਆ ਸੀ ਜੀ ਦੁਬਾਰਾ। ਉਹ ਕੰਮ ਵੀ ਕਰ ਲਿਆ, ਫਿਰ ਉਹਨੇ ਆਪਣਾ ਇੱਕ ਟੀਵੀ ਚੈਨਲ ਵੀ ਖੋਲਿਆ, ਸਿੱਖ ਟੀਵੀ, ਤੇ ਉਹਨੇ 3-4 ਬਿਜ਼ਨਸ ਹੋਰ ਵੀ ਬਹੁਤ ਵੱਡੇ ਐਕਸਪੈਂਡ ਕਰ ਲਏ ਸੀ, ਤੇ ਉਹ ਇੱਥੇ ਇੰਗਲੈਂਡ ਦਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਵੀ ਸੀਗਾ, ਤੇ ਬਹੁਤ ਇੰਟੈਲੀਜੈਂਟ ਸੀ ਜੀ। ਆਪਣੇ ਡੈਡੀ ਤੋਂ ਮਗਰੋਂ 15 ਮਹੀਨਿਆਂ ਬਾਅਦ ਉਹਦਾ ਵੀ ਮਰਡਰ ਹੋ ਗਿਆ। ਓ ਮਾਈ ਗॉड, ਤੁਸੀਂ ਲੁੱਟੇ ਗਏ, ਪੁੱਟੇ ਗਏ। ਹਾਂਜੀ, ਘਰ ਵਾਲੇ ਵੀ ਗਿਆ, ਨੌਜਵਾਨ ਲੜਕਾ ਵੀ ਗਿਆ। ਲੜਕੇ ਦੀ ਕਿੰਨੀ ਉਮਰ ਸੀ ਤੇ ਲੜਕੇ ਦਾ ਨਾਮ ਕੀ ਸੀ? ਗਗਨਦੀਪ ਸਿੰਘ। ਓ ਡੀਅਰ, ਮੈਨੂੰ ਪਤਾ ਹੈ ਕਿ ਗਗਨਦੀਪ ਕੋਈ ਟੀਵੀ ਚੈਨਲ ਵੀ ਰਨ ਕਰਦਾ ਸੀ? ਹਾਂਜੀ, ਸਿੱਖ ਟੀਵੀ। ਸਿੱਖ ਟੀਵੀ ਰਨ ਕਰਦਾ ਸੀ।
ਕਿੰਨੀ ਉਮਰ ਸੀਗੀ ਜਦੋਂ ਇਸ ਦਾ ਕਤਲ ਹੋਇਆ? 21 ਸਾਲ 5 ਮਹੀਨੇ। ਉਹ ਪਿਆਰੀ ਭੈਣੇ, ਮਾਂ ਨੇ ਕਿਵੇਂ ਤੋਰਿਆ ਆਪਣੇ ਬੱਚੇ ਨੂੰ? ਇਹ ਕਿਹੜੇ ਜ਼ਾਲਮ ਲੋਕ ਸੀਗੇ ਜਿਨ੍ਹਾਂ ਨੇ ਇੰਨਾ ਜ਼ੁਲਮ ਕੀਤਾ ਤੁਹਾਡੇ ਪਹਿਲਾਂ ਪਤੀ ਦਾ? ਚਲੋ ਉਸ ਨੂੰ ਸਜ਼ਾ ਹੋ ਗਈ ਆ, ਤਾਂ ਫਿਰ ਇੰਗਲੈਂਡ ਦੇ ਵਿੱਚ ਤੁਹਾਡੇ ਬੱਚੇ ਦਾ ਜਿਹੜਾ ਕਤਲ ਕਰਨ ਵਾਲਾ, ਫਿਰ ਉਹ ਪੁਲਿਸ ਨੇ ਅਰੈਸਟ ਕੀਤਾ, ਚਾਰਜ ਲੱਗੇ ਜੀ। ਹਾਂਜੀ, ਉਹਦਾ ਫੜ ਲਿਆ ਹੋਊਗਾ ਸੀ, ਉਹਦੇ ਆਪਣੇ ਖਾਸ ਹੀ ਫਰੈਂਡ ਸੀ, ਬਸ ਜੈਲਸ ਕਰਕੇ ਮਾਰਤਾ। ਕੌਣ ਸੀ ਜਿਹੜੇ ਜੇਲ੍ਹ ਹੋਈ ਉਹਨਾਂ ਨੂੰ? ਜੀ ਜੇਲ੍ਹ ਹੀ ਆ। ਹਾਂਜੀ, ਇੱਕ ਕੁੜੀ ਤਾਂ ਬਾਹਰ ਆ ਗਈ ਆ, ਤੇ ਜਿਹੜਾ ਮੁੰਡਾ ਸੀ ਉਹ ਜੇਲ੍ਹ 'ਚ ਆ, ਉਹਨੂੰ 25 ਸਾਲ ਦੀ ਜੇਲ੍ਹ ਹੋਈ ਆ। ਕੁੜੀ ਮੁੰਡਾ ਦੋ ਨੇ ਕਤਲ ਕੀਤਾ? 3 ਜਣੇ ਸੀ ਜੀ, 2 ਮੁੰਡੇ 1 ਕੁੜੀ। ਅੱਛਾ, ਕੁੜੀ ਜਿਹੜੀ ਉਹ ਬਾਹਰ ਕਿਵੇਂ ਆ ਗਈ? ਉਹਨੂੰ ਫ੍ਰੀ ਕਰਤਾ ਜੱਜ ਨੇ? ਉਹਨੂੰ ਸਿਰਫ ਜੱਜ ਨੇ 6 ਸਾਲ ਦੀ ਸਜ਼ਾ ਦਿੱਤੀ। ਜਿਹੜੀ ਮੇਨ ਸੀਗੀ ਜਿਹਨੇ ਮਰਵਾਇਆ, ਨਾ ਕੀ ਕੁੜੀ ਦਾ ਜਿਸਨੇ ਮਰਾਇਆ ਸੀ, ਤਾਂ ਉਹਨੂੰ ਸਜ਼ਾ ਹੋਈ ਆ? ਮੰਡਲ ਮਾਹਲ। ਇਹ ਬ੍ਰਿਟਿਸ਼ ਬੋਰਨ ਹੈ? ਮਾਲਾ ਪਿੰਡ ਬ੍ਰਿਟਿਸ਼ ਬੋਰਨ ਆ, ਪਰ ਉਦਾਂ ਆਪਣੀ ਪੰਜਾਬੀ ਆ। ਤੇ ਮੁੰਡੇ ਕੌਣ ਨੇ ਉਹ ਜਿਹੜੇ ਜੇਲ੍ਹ 'ਚ ਨੇ? ਮੁੰਡਾ ਇੱਕ ਦਾ ਨਾਂ ਆ ਹਰਿੰਦਰ ਸ਼ੋਕਰ, ਤੇ ਇੱਕ ਗੋਰਾ ਸੀ ਡੈਰਨ ਪੀਟਰ। ਤੇ ਇਹ ਅੰਦਰ ਨੇ? ਹਰਿੰਦਰ ਸ਼ੋਕਰ ਕਿੱਥੋਂ ਦਾ ਆਇਆ? ਹਰਿੰਦਰ ਸ਼ੋਕਰ ਜਿਹੜਾ ਆ ਉਹ ਅੰਦਰ ਆ। ਡੈਰਨ ਪੀਟਰ ਨੂੰ 12 ਸਾਲ ਦੀ ਜੇਲ੍ਹ ਹੋਈ ਸੀਗੀ, ਉਹ 6 ਸਾਲ ਕੱਟ ਕੇ ਆ ਗਿਆ। ਕੁੜੀ ਨੂੰ 6 ਸਾਲ ਦੀ ਹੋਈ ਸੀ, ਉਹ 3 ਸਾਲ ਕੱਟ ਕੇ ਆ ਗਈ। ਹਰਿੰਦਰ ਸ਼ੋਕਰ ਬ੍ਰਿਟਿਸ਼ ਬੋਰਨ ਹੈ? ਬ੍ਰਿਟਿਸ਼ ਬੋਰਨ ਨਹੀਂ ਸੀ ਤਿੰਨੇ। ਇਹਨਾਂ ਨੇ ਬੱਚੇ ਦਾ ਕਤਲ ਕਿਉਂ ਕੀਤਾ? ਇਹਨਾਂ ਆਪਸ ਵਿੱਚ ਹੀ ਕੋਈ ਏਜ ਇਹੋ ਜਿਹਾ ਗਰੁੱਪ ਹੈ, ਇੱਕ ਏਜ ਇਹੋ ਜਿਹੀ ਆ। ਹਰਿੰਦਰ ਸ਼ੋਕਰ ਦੀ ਵੀ ਉਮਰ ਕੋਈ 22-23 ਸਾਲ ਦੀ ਹੋਵੇਗੀ ਉਦੋਂ ਜੀ। ਨਹੀਂ, ਹਰਿੰਦਰ ਸ਼ੋਕਰ 19 ਸਾਲ ਦਾ ਸੀ, ਤਿੰਨੇ 19 ਸਾਲ ਦੇ ਸੀ, ਤੇ ਗਗਨਦੀਪ 21 ਸਾਲ ਦਾ ਸੀ। ਇਹ ਲੜਕੀ ਜਿਹੜੀ ਸੀ ਮੰਡਲ ਮਾਹਲ ਵੀ 19 ਸਾਲ ਦੀ ਸੀ। ਇਹਨਾਂ ਵਿੱਚ ਆਪਸ ਕੋਈ ਰਿਲੇਸ਼ਨ ਕੜਤਨ ਹੋਈ ਆ? ਮਤਲਬ ਇਹਨਾਂ ਦਾ ਕੋਈ ਨਹੀਂ ਜੀ, ਰਿਲੇਸ਼ਨ ਦੀ ਨਹੀਂ ਹੋਈ ਸੀ, ਇਹਨਾਂ ਨੂੰ ਬਿਜ਼ਨਸ ਦੀ ਕੜਤਨ ਹੋਈ ਆ। ਗਗਨਦੀਪ ਕੋ ਬਿਜ਼ਨਸ ਬਹੁਤ ਜ਼ਿਆਦਾ ਸੀ, ਤੇ ਇਹ ਬਿਜ਼ਨਸ ਦੇ ਵਿੱਚ ਜੌਬ ਮੰਗਦੇ ਸੀਗੇ, ਕਿ ਜਿਹੜੀ ਉਸ ਵੇਲੇ ਮੈਂ ਨਹੀਂ ਦਿੱਤੀ, ਕਿ ਸਾਨੂੰ ਇਹਨਾਂ ਲੋਕਾਂ ਦੀ ਲੋੜ ਨਹੀਂ। ਸਾਡੇ ਬੱਚੇ ਗਗਨਦੀਪ ਦੀ ਮੌਤ ਕਿਵੇਂ ਹੋਈ ਸੀਗੀ? ਦੇ ਸ਼ੂਟ? ਨਹੀਂ ਜੀ, ਇਹਨਾਂ ਨੇ ਕੁੜੀ ਨੇ ਆਪਣੇ ਘਰ ਸੱਦਿਆ, ਉੱਥੇ ਮੁੰਡੇ ਸੱਦਿਓ ਸੀ। ਉਹਨਾਂ ਨੇ ਪਹਿਲਾਂ ਤਾਂ ਗਗਨ ਦੇ ਸਿਰ 'ਚ ਲੋਹੇ ਦੀ ਬਾਰ ਮਾਰ ਕੇ ਉਹਨੂੰ ਅੰਦਰ ਸੱਟ ਲਿਆ। ਜਦੋਂ ਇਹ ਬੇਹੋਸ਼ ਹੋ ਗਿਆ, ਤੇ ਇਹਨੂੰ ਰਜਾਈ ਦੇ ਵਿੱਚ ਬੰਡਲ ਬਣਾ ਕੇ ਕਾਰ ਦੇ ਬੂਟ ਵਿੱਚ ਰੱਖ ਕੇ ਬਹੁਤ ਦੂਰ ਕਾਰ ਲਿਜਾ ਕੇ ਕਾਰ ਤੇ ਪੈਟਰੋਲ ਪਾ ਕੇ ਅੱਗ ਲਾਤੀ। ਓ ਮਾਈ ਗॉड! ਤੁਸੀਂ ਸਟੋਰੀ ਜ਼ਰੂਰ ਕਿਤੇ ਨਾ ਕਿਤੇ ਸੁਣੀ ਹੋਗੀ, ਸਾਰੀ ਵਰਲਡ ਨੂੰ ਪਤਾ ਇਸ ਗੱਲ ਦਾ। ਓ ਮਾਈ ਗॉड! ਹੋ ਮੇਰੀ ਪਿਆਰੀਏ, ਪੂਰ ਸਿਸਟਰ। ਇੱਕੀ ਸਾਲ ਦੇ ਬੱਚੇ ਨੂੰ ਇਸ ਤਰ੍ਹਾਂ ਮੌਤ ਦੀ ਘਾਟ ਉਤਾਰਨਾ, ਉਸ ਤੋਂ ਬਾਅਦ ਗੱਡੀ 'ਚ ਜਾ ਕੇ ਅੱਗ ਦੀ ਲਪੇਟ ਵਿੱਚ ਕਾਰ ਨੂੰ ਦੇਣਾ, ਇੰਨਾ ਵੱਡਾ ਜ਼ੁਲਮ ਕੀਤਾ ਇਹਨਾਂ ਜ਼ਾਲਮ ਲੋਕਾਂ ਨੇ। ਪਤਾ ਨਹੀਂ ਜੀ ਉਹ ਕੀ ਸੀ। ਉਹ ਮੁੰਡਾ ਸਾਡੇ ਘਰ ਰੋਜ਼ ਆਉਂਦਾ ਸੀ, ਗਗਨਦੀਪ ਦੇ ਨਾਲ, ਇੱਥੇ ਰੋਟੀ ਖਾਂਦਾ ਸੀ, ਇੱਥੇ ਚਾਹ ਪੀਂਦਾ ਸੀ, ਤੇ ਸਾਡੇ ਹੀ ਕੰਮ ਕਰਦਾ ਸੀ। ਇਹ ਹਰਿੰਦਰ ਸ਼ੋਕਰ ਜਿਹੜਾ ਕਿੱਥੋਂ ਪੰਜਾਬ ਤੋਂ, ਇਹਨਾਂ ਦਾ ਕੋਈ ਪਤਾ ਪਿੰਡ ਕਿਹੜਾ? ਇਹ ਜੀ ਮੈਨੂੰ ਉਹਦੇ ਪਿੰਡ ਦਾ ਨਹੀਂ ਪਤਾ, ਸ਼ੋਕਰਾਂ ਹੀ ਪਿੰਡ ਹੋ ਸਕਦਾ ਜਦੋਂ ਉਹਦਾ ਸ਼ੋਕਰ ਸਰ ਰਹੇ ਮੈਂ ਤਾਂ। ਵੈਰੀ ਸੈਡ ਪਾਰਟ, ਇਜ਼ ਵੈਰੀ ਸੈਡ ਪਾਰਟ। ਹੁਣ ਅਸੀਂ ਗੱਲ ਕਰਨੀ ਚਾਹਾਂਗੇ ਤੁਹਾਡੇ ਨਾਲ, ਔਰ ਇਹ ਤੁਸੀਂ ਰੋਕੋ, ਮੈਂ ਕਮਰਸ਼ੀਅਲ ਬ੍ਰੇਕ ਲੈਣੀ ਚਾਹਾਂਗਾ, ਔਰ ਤੁਸੀਂ ਲਾਈਨ ਤੇ ਰਹਿਣਾ। ਆਪਾਂ ਗੱਲਬਾਤ ਕਰਾਂਗੇ ਕਿ ਤੁਹਾਡੇ ਨਾਲ ਜਿੱਥੇ ਰੱਬ ਨੇ, ਹਾਂਜੀ, ਇੱਕ ਪੁੱਤ ਜਿਹੜਾ ਚਲੇ ਗਿਆ, ਆਦਮੀ ਚਲੇ ਗਿਆ, ਪਤੀ ਪਰਮੇਸ਼ਰ, ਤੇ ਦੂਜਾ ਇਹ ਹਰਜਿੰਦਰ ਧੋਰ ਨੋਈ ਨੇ ਤੁਹਾਡੇ ਤੋਂ ਕਿਵੇਂ, ਕਿਸ ਤਰ੍ਹਾਂ ਤੁਸੀਂ ਅਮਾਊਂਟ ਦੱਸੋਗੇ, ਕਿਵੇਂ ਕਿਸ ਤਰ੍ਹਾਂ ਉਹਨਾਂ ਨੇ ਪੈਸੇ ਲਏ, ਹੀਰਾਫੇਰਨ ਲਏ, ਜਾਂ ਤੁਸੀਂ ਲੋਨ ਦਿੱਤਾ? ਆਈ ਹੈਵ ਨੋ ਐਨੀ ਆਈਡੀਆ। ਉਹ ਗੱਲਬਾਤ ਕਰਦੇ ਆ ਇਹਨਾਂ ਕੁਝ ਕੁ ਸੰਦੇਸ਼ਾਂ ਤੋਂ ਬਾਅਦ। ਤਜਿੰਦਰ, ਤੁਸੀਂ ਫਿਰ 2009 ਦੇ ਵਿੱਚ ਹਸਬੈਂਡ ਨੂੰ, ਹਾਂਜੀ, ਉਹਨਾਂ ਨੂੰ ਮਰਡਰ ਕਰਤਾ। ਕਿੰਨੇ ਮਹੀਨੇ ਬਾਅਦ? 14 ਮਹੀਨੇ ਬਾਅਦ ਤੁਹਾਡੇ ਬੱਚੇ ਦਾ 2010 ਦੇ ਵਿੱਚ 15 ਮਹੀਨੇ, ਹਾਂਜੀ, ਇਹ ਫਰਵਰੀ 26 ਫਰਵਰੀ 2010 2011। ਉਹ 26 ਫਰਵਰੀ 11 ਵਿੱਚ 9 ਸਾਲ ਹੋ ਗਏ ਨੇ।
ਹਾਂਜੀ। ਸੋ ਜਿਹੜਾ ਹਰਜਿੰਦਰ ਧਨੋਆ ਹੈ ਉਹ ਤੁਹਾਡੇ ਘਰ ਵਿੱਚ ਫਿਰ ਉਹਨਾਂ ਨੇ ਆਉਣੀ ਜਾਣੀ ਤੁਹਾਡੇ ਸ਼ੁਰੂ ਹੋ ਗਈ ਜਦੋਂ ਤੁਹਾਡਾ ਬੇਟਾ ਨਹੀਂ ਜਿਹੜਾ ਜੀ, ਆਉਣੀ ਜਾਣੀ ਬਿਲਕੁਲ ਨਹੀਂ, ਆਉਣੀ ਜਾਣੀ ਹੋਈ ਨਹੀਂ। ਉਹ ਇੰਡੀਆ 'ਚ ਸੀ, ਅਸੀਂ ਇੰਗਲੈਂਡ 'ਚ ਆ ਗਏ ਸੀਗੇ। ਅਸੀਂ ਨਹੀਂ ਸੀ ਉਹਦੇ ਘਰ ਗਏ, ਅਸੀਂ ਉਹਨੂੰ ਨਹੀਂ ਸੀ ਜਾਣਦੇ, ਪਰ ਫੋਨ ਤੇ ਗੱਲ ਹੁੰਦੀ ਰਹੀ ਮੇਰੇ ਬੇਟੇ ਦੇ ਨਾਲ ਸੀ ਉਸ ਵੇਲੇ, ਕਿਉਂਕਿ ਮੇਰੇ ਇਨ-ਲॉज ਨੇ ਸਾਨੂੰ ਤੰਗ ਬਹੁਤ ਕੀਤਾ, ਮੇਰੇ ਬੇਟੇ ਨੂੰ ਵੀ, ਮੈਨੂੰ ਵੀ, ਬੇਟੀ ਨੂੰ ਵੀ। ਤੇ ਫਿਰ ਇਹ ਬੰਦਾ ਉਸ ਵੇਲੇ ਜਿੱਦਾਂ ਸਾਨੂੰ ਇਦਾਂ ਲੱਗਦਾ ਸੀ ਸਾਡੀ ਇਹੀ ਸਪੋਰਟ ਕਰ ਰਿਹਾ ਸਾਰੀ, ਹਨਾ, ਕਿ ਇੰਡੀਆ ਦੇ ਵਿੱਚ ਮੇਰੇ ਤਾਂ ਬੱਚਿਆਂ ਨੂੰ ਵੀ ਨਹੀਂ ਸੀ ਪਤਾ ਕੁਝ ਵੀ, ਹਨਾ। ਇਹ ਤਾਂ ਬ੍ਰਿਟਿਸ਼ ਬੋਰਨ ਸੀਗੇ ਤੇ ਮੈਂ ਵੀ ਉੱਥੋਂ 20 ਸਾਲ ਦੀ ਆਈ ਹੋ ਸੀ, ਮੈਨੂੰ ਵੀ ਕੁਝ ਨਹੀਂ ਸੀ ਪਤਾ। ਇਹਨਾਂ ਨੇ ਤੁਹਾਨੂੰ ਕੀ ਕਿਹਾ ਕਿ ਮਤਲਬ ਤੁਹਾਡੇ ਕੋਲ ਕੀ ਕਹਿੰਦਾ ਸੀਗਾ ਕਿ ਮੈਂ ਤੁਹਾਡੀ ਹੈਲਪ ਕਰ ਸਕਦਾ ਹਾਂ, ਲਾਈਕ ਕੋਈ ਮੈਨੂੰ ਪੁਲਿਸ ਵਿੱਚ ਜਾਣਦਾ ਆ, ਜਾਂ ਮੈਨੂੰ ਕੋਈ ਜੱਜ ਜਾਣਦਾ ਆ, ਜਾਂ ਮੈਨੂੰ ਪੋਲੀਟੀਸ਼ੀਅਨ ਜਾਣਦਾ ਆ? ਹਾਂਜੀ ਜੀ, ਜਾਣਦੇ ਵੀ ਸੀ ਇਹਨੂੰ ਸਾਰੇ ਉੱਥੇ। ਠੀਕ ਹੈ। ਅੱਛਾ ਅੱਛਾ, ਮੈਂ ਹੁਣ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ ਕਿ ਤੁਹਾਡੇ ਕੋਲ ਜਿਹੜੀ ਪੇਮੈਂਟ ਲਈ ਹੈ, ਤੁਸੀਂ ਮੈਨੂੰ ਈਮੇਲ ਵੀ ਭੇਜੀ ਹੈ, ਉਹਦੇ ਵਿੱਚ ਇਹ ਕਹਿੰਦੇ ਕਿ ਹਾਂ ਮੈਂ ਪੈਸੇ ਦੇਣ ਨੂੰ ਤਿਆਰ ਆ, ਔਰ ਕਿਹੜੇ ਸਾਲ ਦੇ ਵਿੱਚ ਪੈਸੇ ਲਏ ਤੇ ਕਿੰਨੇ ਲਏ ਇਹਨਾਂ ਨੇ ਜੀ? ਫਿਰ 10 ਦੇ ਵਿੱਚ ਇਹਨਾਂ ਨੇ ਮੇਰੇ ਬੇਟੇ ਨਾਲ ਗੱਲ ਕੀਤੀ ਆ ਕਿ ਮੈਂ ਪਹਿਲਾਂ ਤਾਂ ਇਹਨਾਂ ਨੇ ਕਿਹਾ, ਮੇਰੇ ਨਾਲ ਗੱਲ ਕੀਤੀ ਕਿ ਅਸੀਂ ਜਲੰਧਰ ਇੱਕ ਸ਼ੋਰੂਮ ਲੈਣ ਲੱਗੇ ਆ। ਮੈਨੂੰ ਨਹੀਂ ਪਤਾ ਫਿਰ ਮੈਨੂੰ ਉਹ ਬੰਦੇ ਦਾ ਨਾਲ ਦੇ ਦਾ ਲੈਣਾ ਚਾਹੀਦਾ ਜਾਂ ਨਹੀਂ। ਹਾਂ, ਲੈ ਦੋ ਨਾਲ ਆਓ 1 ਕਰੋੜ ਚਾਹੀਦਾ ਆ। ਨਹੀਂ ਦੱਸੋ ਕਿਹਦਾ ਇਹਨੇ ਮੇਰੇ ਕੋਲ ਨਾਂ ਲਿਆ ਰਾਜਨ ਗੁਪਤਾ। ਓ ਬॉय, ਅੱਛਾ ਮੇਰੇ ਖਿਆਲ ਪੇ ਹੀ ਇਜ਼ ਐਕਸ ਡੀਜੀ ਪੰਜਾਬ ਦੇ। ਅੱਛਾ ਠੀਕ ਹੈ, ਪਤਾ ਨਹੀਂ ਜੀ, ਮੈਂ ਜਾਣਦੀ ਨਹੀਂ। ਓਕੇ ਫਾਈਨ। ਇਹਨਾਂ ਨੇ ਕਿਹਾ ਕਿ ਉਹਦੇ ਨਾਲ ਮੈਂ ਜਲੰਧਰ ਸ਼ੋਰੂਮ ਲੈਣਾ ਆ ਤੇ ਮੈਨੂੰ ਪੈਸੇ ਚਾਹੀਦੇ ਆ ਤੇ ਮੈਂ ਬਹੁਤ ਛੇਤੀ ਮੋੜ ਦੇਣਾ, ਮੇਰੇ ਪੈਸੇ ਕਿਤੇ ਫਸੇ ਹੋਆ ਤੇ ਉੱਥੋਂ ਮੈਨੂੰ ਹਾਲੇ ਮਿਲ ਨਹੀਂ ਰਿਹਾ, ਪਰ ਮੈਨੂੰ 2 ਮਹੀਨਿਆਂ ਦੇ ਵਿੱਚ ਮਿਲ ਜਾਣੇ ਆ। ਓਕੇ, ਤੇ ਮੈਂ ਵਾਪਸ ਕਰ ਲੈਣੀ ਆ। ਤੇ ਅਸੀਂ ਕਿਹਾ ਚੱਲ ਕੋਈ ਗੱਲ ਨਹੀਂ, ਹਨਾ, ਤੈਨੂੰ ਭੇਜ ਦਿੰਦੇ। ਜਦੋਂ ਇਹਨੂੰ ਪੈਸੇ ਭੇਜੇ ਆ ਮੇਰੇ ਬੇਟੇ ਨੇ ਤਾਂ ਉਹਦੀ ਇਹਨਾਂ ਗੱਲਬਾਤ ਹੋਣ ਲੱਗ ਗਈ ਤੇ ਫਿਰ ਇਹਨੇ ਮੇਰੇ ਬੇਟੇ ਨੂੰ ਇਹ ਗੱਲ ਕਹੀ ਆ ਕਿ ਗਗਨ ਤੂੰ ਇੱਥੇ ਦਾ ਬਿਜ਼ਨਸ ਕਰਦਾ ਆ, ਕਿ ਮੈਂ ਫਿਲਮ ਬਣਾਉਣ ਲੱਗਾ ਆ ਤੇ ਮੈਂ ਫਿਲਮ ਬਣਾਉਂਦਾ ਸੀ ਤੇ ਫਿਲਮ ਬਣਾਉਂਦੇ ਦੇ ਮੇਰੇ ਪੈਸੇ ਮੁੱਕ ਗਏ ਆ, ਕਿ ਮੇਰੀ ਤੂੰ ਥੋੜੀ ਜਿਹੀ ਸਪੋਰਟ ਕਰ ਸਕਦਾ ਆ। ਉਹ ਕਹਿੰਦਾ ਕੋਈ ਨਹੀਂ ਅੰਕਲ, ਜੇ ਤੁਸੀਂ ਸਾਡੀ ਸਪੋਰਟ ਕੀਤੀ ਇੰਡੀਆ 'ਚ ਤਾਂ ਅਸੀਂ ਵੀ ਕਰਾਂਗੇ, ਹਨਾ। ਤੁਹਾਡੀ ਕੀ ਸਪੋਰਟ ਕੀਤੀ ਸੀ ਇਹਨੇ? ਸਾਨੂੰ ਜੀ ਸਪੋਰਟ ਦਾ ਹੀ ਕੀਤੀ ਸੀ। ਘਰਦਿਆਂ ਨੇ ਸਾਨੂੰ ਕੱਢ ਦਿੱਤਾ ਸੀ ਘਰੋਂ ਤੀਜੇ ਦਿਨ ਹੀ, ਮੇਰੀ ਬੇਟੀ ਨੂੰ ਤਾਂ ਮੈਨੂੰ ਕੱਟ ਕੇ ਉੱਥੋਂ ਕੋਠੀ ਅਸੀਂ ਬਣਾਈ ਸੀ, 2 ਕਰੋੜ ਰੁਪਈਆ ਕੋਠੀ ਤੇ ਲਾਇਆ। ਮੇਰੀ ਸੱਸ, ਨਨਾਣ, ਨੰਦੋਈਆ, ਦੇਰ, ਇਹਨਾਂ ਨੇ ਮੈਨੂੰ ਤੱਕ ਮੇਰੀ ਛੋਟੀ ਬੇਟੀ ਨੂੰ ਵੀ ਇਹਨਾਂ ਨੇ ਬਾਲਾਂ ਤੋਂ ਘੜੀਸ ਬਾਹਰ ਕੱਢ ਕੇ ਸਿੱਟਿਆ। ਕਿਹੜੇ ਤੁਹਾਡੇ ਸੱਸ ਸਹੁਰੇ ਨੇ? ਸੱਸ ਨੇ, ਨਨਾਣ, ਨੰਦੋਈਆ, ਦੇਰ, ਸਾਰਿਆਂ ਨੇ। ਇਹ ਸਾਰੇ ਇੰਡੀਆ ਵਿੱਚ ਕਰਦੇ ਸਾਡੇ ਨਾਲ ਪਹਿਲਾਂ ਵੀ? ਹਾਂਜੀ, ਸਾਰੇ ਇੰਡੀਆ ਜੀ ਕਰਦੇ ਤਾਂ ਪਹਿਲਾਂ ਵੀ ਮੇਰੇ ਨਾਲ ਏਦਾਂ ਹੀ ਸੀ, ਪਰ ਮੇਰਾ ਹਸਬੈਂਡ ਬਹੁਤ ਸਟਰੋਂਗ ਸੀ। ਉਹ ਤੋਂ ਬਾਅਦ ਇਹਨਾਂ ਨੇ 1 ਦਿਨ ਵੀ ਸਾਨੂੰ ਨਹੀਂ ਉੱਥੇ ਰਹਿਣ ਦਿੱਤਾ। ਤੁਹਾਡਾ ਜਿਹੜਾ ਸਹੁਰਾ ਪਿੰਡ ਹੈ ਉਹ ਜਿਹੜਾ ਸਹੁਰਾ ਪਿੰਡ ਤੁਹਾਡਾ ਅਟਲਗੜ੍ਹ ਹੈ ਨਾ? ਹਾਂ, ਅਟਲਗੜ੍ਹ ਆ। ਹਾਂਜੀ, ਅਟਲਗੜ੍ਹ ਦੇ ਕੋਲ ਹੈ ਜੀ ਉਹ। ਹਾਂਜੀ, ਅਟਲਗੜ੍ਹ ਪੌਰ ਹੀਰਾ ਆ ਪਿੰਡ, ਉੱਥੇ ਹੁਸ਼ਿਆਰਪੁਰ ਤੋਂ ਫਗਵਾੜੇ ਨੂੰ। ਤੁਹਾਡੇ ਹੁਣ ਜਿਹੜੀ ਤੁਹਾਡੇ ਮਦਰ ਲਾ ਇੰਡੀਆ ਰਹਿੰਦੇ ਨੇ? ਮਦਰ ਲਾ ਤਾਂ ਇੰਡੀਆ ਹੀ ਆ, ਦੇਰ ਮੇਰਾ ਇੱਥੇ ਇੰਗਲੈਂਡ 'ਚ ਰਹਿੰਦਾ ਆ ਤੇ ਨਨਾਣ ਮੇਰੀ ਜਲੰਧਰ ਵਕੀਲ ਆ। ਉਹ ਮੇਰੇ ਤੇ ਰੋਜ਼ ਉੱਥੇ ਕੇਸ ਕਰਦੀ ਆ, 15 ਕੇਸ ਕੀਤੇ ਹੋ ਵਿੱਚੇ ਮੈਨੂੰ ਪੀਓ ਕਰਾਈ ਜਾਂਦੀ, ਮੈਨੂੰ ਤਾਂ ਪਤਾ ਹੀ ਨਹੀਂ ਕੀ ਕਰਾਂ ਮੈਂ ਇੱਥੇ ਬੈਠੀ। ਐਨੀਵੇ ਅਸੀਂ ਇਸ ਸਟੋਰੀ ਪ੍ਰੋਸੀਡ ਕਰਦੇ ਆ। ਅਸੀਂ ਜਿਹੜਾ ਬਾਰ ਕਾਉਂਸਲ ਹੈ ਨਾ, ਉਹਨੂੰ ਤੁਸੀਂ ਕੰਪਲੇਂਟ ਕਰਕੇ ਉਹ ਲਾਇਸੈਂਸ ਵੀ ਰੱਦ ਕਰਾ ਸਕਦੇ ਹੋ ਇਫ ਸ਼ੀ ਇਜ਼ ਡੂਇੰਗ ਸੱਚ ਕਾਈਂਡ ਆਫ ਫਰਾਡ। ਆਲਰੇਡੀ ਕਰਨ ਦੀ ਟਰਾਈ ਕੀਤੀ ਆ ਪਰ ਕੁਝ ਨਹੀਂ ਹੋਇਆ। ਤੁਹਾਨੂੰ ਵੀ ਇੱਥੋਂ ਮੈਂ ਲੈਟਰਾਂ ਲਿਖੀਆਂ ਆ। ਅਸੀਂ ਕਾਨੂੰਨ ਦੇ ਮੁਤਾਬਕ ਹੈਲਪ ਕਰਾਂਗੇ। ਤੁਹਾਨੂੰ ਮੈਂ ਕੈਸਾ ਵਕੀਲ ਦੇਵਾਂਗਾ ਔਰ ਜਿਨ੍ਹਾਂ ਦਾ ਨਾਮ ਮਿਸਟਰ ਵਰਮਾ ਆ, ਔਰ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ। ਮੈਂ ਰਾਈਟ ਟੂ ਪ੍ਰੋਸੀਡ ਕਰਦਾ ਆਪਣੇ ਸਟਾਫ ਨੂੰ, ਮੇਰੇ ਮੈਨੇਜਰ ਸਾਹਿਬ ਨੂੰ ਬੇਨਤੀ ਕਰ। ਸੋ ਸਾਹਿਬ ਪਲੀਜ਼ ਇਹਨਾਂ ਨੂੰ ਵਰਮਾ ਜੀ ਦਾ ਰਾਈਟ ਵੇ ਈਮੇਲ ਟ੍ਰਾਂਸਫਰ ਕਰ ਦਿਓ, ਐਕਸਚੇਂਜ ਕਰੋ ਰਾਈਟ ਵੇ, ਤਾਂ ਕਿ ਇਹਨਾਂ ਨਾਲ ਹੈਲਪ ਵੱਧ ਤੋਂ ਵੱਧ ਮੈਕਸਿਮਮ ਅਸੀਂ ਕਰ ਸਕੀਏ ਇਸ ਭੈਣ ਦੀ, ਜਿਹਦਾ ਬੱਚਾ ਵੀ ਚਲੇ ਗਿਆ, ਘਰ ਵਾਲਾ ਵੀ ਚਲੇ ਗਿਆ, ਪੈਸੇ ਵੀ ਚਲੇ ਗਏ, ਘਰੋਂ ਬਾਹਰ ਕੱਢਿਆ ਗਿਆ। ਔਰ ਇਹ ਨਨਾਣ ਜਿਹੜੀ ਵਕੀਲ ਹੈ, ਸ਼ੀ ਕੈਨ ਡੂ ਦੈਟ। ਜੇ ਕੋਈ ਵਕੀਲ ਵੀ ਆ, ਸ਼ੀ ਕੈਨ ਪੁਸ਼ ਅਰਾਊਂਡ ਯੂ, ਡੋਂਟ ਵਰੀ। ਤੁਸੀਂ ਜੋ ਹੋਣਾ ਆ ਉਹ ਹੋ ਚੁੱਕਾ ਆ। ਆਪਾਂ ਆਉਣ ਵਾਲੇ ਸਮੇਂ ਦੀ ਗੱਲ ਕਰੀਏ, ਹੁਣ ਨਾ ਤਾਂ ਬੱਚਾ ਆ ਸਕਦਾ ਮੁੜ ਕੇ, ਨਾ ਕੋਈ ਜ਼ਿੰਦਗੀ ਦੀ ਕੋਈ ਵੀ ਅਸੀਂ ਤਾਕਤ ਲਿਆ ਸਕਦੀ ਆ ਜਿਹੜਾ ਇਨਸਾਨ ਚਲੇ ਜਾਂਦਾ। ਸੋ ਅਸੀਂ ਹੁਣ ਕੋਠੀ ਜਿਹੜੀ ਆ ਉਹ ਅਸੀਂ ਆਪਣੀ ਬਣਾਈ ਸੀ, ਸਾਨੂੰ ਆਪਣੀ ਕੋਠੀ ਵਿੱਚੋਂ ਕੱਢਿਆ। ਸਹੁਰੇ ਦੀ ਕੋਠੀ ਨਹੀਂ ਸੀ ਉਹ, ਨਾ ਸੱਸ ਦੀ ਸੀ ਸਾਡੀ। ਕੌਣ ਜਿਹੜੀ ਇਹ ਵਕੀਲ ਹੈ? ਅੱਛਾ, ਇਹ ਵਕੀਲ ਕਰਦੀ ਜਿਹੜੀ ਲੇਡੀ ਵਕੀਲ ਇਹ ਕਰ ਰਹੀ ਇਸ ਤਰ੍ਹਾਂ? ਹਾਂਜੀ, ਇਹੀ ਸਾਰਾ ਕੁਝ ਕਰਦੀ ਜੀ। ਮੈਨੂੰ ਨਹੀਂ ਲੱਗਦਾ। ਆਈ ਅਨਸ਼ੋਰ ਯੂ ਕਿ ਵਕੀਲ ਜਿਹੜੇ ਨੇ ਔਰ ਬੜੇ ਸਟਰੋਂਗ ਕੋਈ ਵਕੀਲ ਹੁੰਦੇ ਨੇ, ਔਰ ਤੁਸੀਂ ਫਿਕਰ ਨਾ ਕਰੋ, ਕਾਨੂੰਨ ਦੇ ਮੁਤਾਬਕ
ਤੁਹਾਨੂੰ ਹਰ ਹੈਲਪ ਜਿਹੜੀ ਆ ਹਰ ਤੁਹਾਡੀ ਮਦਦ ਕੀਤੀ ਜਾਵੇਗੀ। ਕਾਨੂੰਨ ਜਿੱਥੇ ਤੱਕ ਤੁਹਾਨੂੰ ਆਗੇ ਦੇਵੇਗਾ ਅਸੀਂ ਜ਼ਰੂਰ ਤੁਹਾਡੀ ਮਦਦ ਕਰਾਂਗੇ। ਡਸਨਟ ਮੈਟਰ ਕਿ ਉੱਥੇ ਕੋਈ ਵਕੀਲ ਹੈ, ਚਾਹੇ ਕੋਈ ਉੱਥੇ ਮਿਨਿਸਟਰ ਹੈ, ਚਾਹੇ ਕੋਈ ਪੁਲਿਸ ਅਫਸਰ ਹੈ, ਚਾਹੇ ਕੋਈ ਵੀ ਹੈ, ਨੋ ਮੈਟਰ ਵਟ ਬਣਦੀ ਕਾਰਵਾਈ ਉੱਥੇ ਦਾ ਕਾਨੂੰਨ ਕਰੇਗਾ। ਉੱਥੇ ਪੁਲਿਸ ਅਫਸਰ ਸਹਿਬਾਨ ਜਿਹੜੇ ਨੇ, ਔਰ ਤੁਸੀਂ ਸੱਚ ਜਾਣਿਓ ਕਿ ਇਹੋ ਜਿਹੇ ਅਫਸਰ ਸਹਿਬਾਨ ਨੇ ਉਹ ਕਿਸੇ ਨੂੰ ਸੁਣਦੇ ਨਹੀਂ ਪੋਲੀਟੀਸ਼ੀਅਨ ਦੇ ਅੱਜ ਕੱਲ੍ਹ, ਔਰ ਤੁਹਾਨੂੰ ਇਨਸਾਫ ਮਿਲੇਗਾ। ਤੁਸੀਂ ਜਰਾ ਇੰਤਜ਼ਾਰ ਕਰੋ, ਸਬਰ ਜਿਹੜਾ ਹੈ ਉਹਦਾ ਸਬਰ ਦਾ ਘੁੱਟ ਪੀਓ। ਔਰ ਮੈਨੂੰ ਪਤਾ ਹੈ ਕਿ ਬਹੁਤ ਕੁਛ ਮਾੜਾ ਹੋਇਆ। ਅੱਛਾ, 1 ਕਰੋੜ ਰੁਪਈਆ ਤੁਹਾਡੇ ਬੱਚੇ ਨੇ ਟ੍ਰਾਂਸਫਰ ਕਰ ਦਿੱਤਾ, ਤੁਸੀਂ ਦੇਤਾ ਉਹਨੂੰ ਇੰਡੀਆ ਦੇ ਵਿੱਚ ਕਿ ਉਹਨੂੰ ਵਟਐਵਰ ਕੋਠੀ ਲਈ ਜਾਂ ਕੀ ਕਾਰ ਵਿੱਚ ਚਾਹੀਦਾ ਸੀਗਾ। ਉਸ ਤੋਂ ਬਾਅਦ ਜਿਹੜਾ ਕਿੰਨਾ ਕਰੋੜ ਰੁਪਈਆ ਤੁਹਾਡਾ ਹੋਰ ਜਿਹੜਾ ਮਿਸਟਰ ਧਨੋਏ ਨੇ ਤੁਹਾਡੇ ਤੋਂ ਕਿਵੇਂ ਲਿਆ? ਜੀ ਇਸ ਵੇਲੇ ਪੇਪਰ ਵਰਕ ਦੇ ਵਿੱਚ ਤਾਂ 4 ਕਰੋੜ ਆ, ਬਾਕੀ ਇਹਨੇ ਕੈਸ਼ ਵੀ ਲਾਇਆ ਵਾ ਤੇ 10 ਸਾਲ ਹੋ ਗਏ ਆ। ਟੋਟਲ ਕਿੰਨੇ ਗਏ ਤੁਹਾਡੇ ਪੈਸੇ ਤੁਹਾਡੇ ਮੁਤਾਬਕ, ਅਕੋਰਡਿੰਗ ਟੂ ਯੂ? ਮੇਰੇ ਅਕੋਰਡਿੰਗ ਦੇ ਨਾਲ 7 ਚਲੇ ਗਿਆ ਜੀ ਇਹਨੂੰ। 7 ਕਰੋੜ ਰੁਪਈਆ। ਇਹ ਫਿਲਮ ਬਣਾਉਣੀ ਸੀ, ਫਿਲਮ ਕਿਹੜੀ ਸੀ ਬਣਾਉਣੀ ਇਹਨਾਂ ਨੇ? ਨਹੀਂ ਫਿਲਮ ਤਾਂ ਕਬੱਡੀ ਵਾਂਸ ਅਗੇਨ। ਅੱਛਾ, ਕਬੱਡੀ ਵਾਂਸ ਅਗੇਨ ਦੇ ਵਾਸਤੇ ਤੁਹਾਡੇ ਕੋਲੋਂ ਪੈਸੇ ਲੈ ਗਏ ਆ ਇਹ? ਹਾਂਜੀ, ਸਾਰਾ ਫਾਈਨੈਂਸ ਮੇਰੇ ਬੇਟੇ ਨੇ ਕੀਤਾ ਸੀ। ਮਤਲਬ ਤੁਸੀਂ ਉਹਨਾਂ ਨੇ ਕੋਈ ਤੁਹਾਡਾ ਐਗਰੀਮੈਂਟ ਹੁਣ ਤੁਹਾਡੇ ਕੋਲ ਹੈ ਜਾਂ ਨਹੀਂ? ਨੋ ਜੀ, ਪਤਾ ਕੀ ਜੇ ਤਾਂ ਅਸੀਂ ਇਦਾਂ ਦੇ ਹੁੰਦੇ ਸਾਨੂੰ ਪਤਾ ਹੁੰਦਾ ਵੀ ਲੋਕੀ ਇਦਾਂ ਕਰਦੇ ਆ, ਪੈਸੇ ਲੈ ਕੇ ਮੁੱਕਰ ਜਾਂਦੇ ਜਾਂ ਦੇਣੇ ਨਹੀਂ ਇਹਨੇ, ਹਨਾ, ਤੇ ਅਸੀਂ ਦੇਣੇ ਹੀ ਨਹੀਂ ਸੀਗੇ। ਪਰ ਸਾਡੇ ਦਿਮਾਗ ਵਿੱਚ ਇਦਾਂ ਸੀ ਚੱਲ ਕੋਈ ਗੱਲ ਨਹੀਂ, ਜੇ ਉਹਨੂੰ ਲੋੜ ਆ ਤੇ ਸਾਨੂੰ ਵੀ ਲੋੜ ਪੈ ਸਕਦੀ ਆ। ਇੰਨਾ ਕੁ ਤੁਸੀਂ ਇਹ ਟ੍ਰਾਂਜੈਕਸ਼ਨ ਕਿਵੇਂ ਕਿ ਇੰਨੇ ਪੈਸੇ ਕਿਵੇਂ ਦਿੱਤੇ? ਪੈਸੇ ਤੁਸੀਂ ਕੁਝ ਪੈਸੇ ਬੈਂਕਾਂ ਥਰੂ ਤੁਹਾਡੇ ਪਾਸ ਟ੍ਰਾਂਜੈਕਸ਼ਨ ਹੈ? ਅੱਛਾ, ਤੁਹਾਡੇ ਕੋਲ ਟ੍ਰਾਂਜੈਕਸ਼ਨ ਹੈ? ਹਾਂਜੀ ਹਾਂਜੀ। ਇਹ ਤੁਸੀਂ ਜਿਹੜੇ ਜੋ ਵੀ ਤੁਸੀਂ ਕਹਿ ਰਹੇ ਹੋ ਇਸ ਵੇਲੇ, ਆਈ ਐਮ ਟਾਕਿੰਗ ਟੂ ਯੂ, ਕਿ ਤੁਸੀਂ ਜਿਹੜੇ ਐਲੀਗੇਸ਼ਨ ਤੁਸੀਂ ਲਾ ਰਹੇ ਹੋ ਔਰ ਤੁਸੀਂ ਰਿਸਪੌਂਸਿਬਲ ਹੋ ਫਾਰ ਦੈਟ। ਨਾ ਮੇਰੇ ਚੈਨਲ ਜਾਂ ਨਾ ਮੈਂ, ਕਿਉਂਕਿ ਤੁਸੀਂ ਕਹਿ ਰਹੇ ਹੋ, ਮੈਂ ਨਹੀਂ ਕਹਿ ਰਿਹਾ। ਇਹ ਜੋ ਤੁਸੀਂ ਕਹੋਗੇ ਉਹ ਸੱਚ ਕਹੋਗੇ, ਟਰੂ? ਹਾਂਜੀ ਹਾਂਜੀ, ਐਸੀ। ਸੋ 7 ਕਰੋੜ। ਹੁਣ ਤੁਸੀਂ ਉਹਨਾਂ ਦੇ ਨਾਲ ਤੁਹਾਨੂੰ ਕੀ ਕਹਿ ਰਹੇ ਨੇ ਉਹ ਆਪਣੇ ਧਨੋਆ ਸਾਹਿਬ ਜੀ? ਇਹ ਸਾਨੂੰ ਉਦੋਂ ਤੋਂ ਬਾਅਦ ਇਹਨਾਂ ਨੇ ਫਿਰ ਫੋਨ ਹੀ ਬੰਦ ਕਰ ਲਿਆ, ਹਨਾ, ਇਹ ਸਾਨੂੰ ਮਿਲੇ ਹੀ ਨਹੀਂ ਕਦੀ ਵੀ। ਫਿਰ ਪੈਸੇ ਜਦੋਂ ਲੈ ਲਏ, ਮੇਰੀ ਗੱਲ ਇੱਥੋਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਜਦੋਂ ਇਹਨੇ ਪੈਸੇ ਸਾਡੇ ਕੋਲੋਂ ਲਏ ਆ 10 ਦੇ ਵਿੱਚ, ਤੇ ਇਹਨੇ ਕਿਹਾ ਸੀ ਸਾਨੂੰ ਸਿਰਫ 2 ਮਹੀਨੇ ਵਾਲੇ ਮੈਨੂੰ ਪੈਸੇ ਚਾਹੀਦੇ ਆ, 2 ਮਹੀਨੇ ਮਿਊਜ਼ਿਕ ਰਿਲੀਜ਼ ਹੋ ਜਾਣਾ ਤੇ ਪੈਸੇ ਮੈਂ ਤੁਹਾਨੂੰ ਅੱਧੇ ਦੇ ਦੇਣੇ ਆ, ਤੇ ਨਵੰਬਰ ਦੇ ਵਿੱਚ ਫਿਲਮ ਰਿਲੀਜ਼ ਹੋ ਜਾਣੀ ਤੇ ਮੈਂ ਤੁਹਾਡੇ ਸਾਰੇ ਮੋੜ ਦੇਣੇ ਆ। ਅਸੀਂ ਸੋਚਿਆ ਠੀਕ ਆ। ਨਵੰਬਰ ਦੇ ਵਿੱਚ ਜਦੋਂ ਇਹਨੇ ਪੈਸੇ ਨਹੀਂ ਮੋੜੇ, ਇਹਨੇ ਦਸੰਬਰ ਤੱਕ ਸਾਨੂੰ ਕੋਈ ਪੈਸਾ ਨਹੀਂ ਦਿੱਤਾ, ਤਾਂ ਮੇਰੇ ਬੇਟੇ ਨੇ ਇਸ ਤੋਂ ਫੋਨ ਕਰਕੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ, ਕਿਉਂਕਿ ਅਸੀਂ ਵੀ ਉਸ ਵੇਲੇ VAT ਜਿਹੜੀ ਸੀ ਆਪਣੀ ਪੇ ਨਹੀਂ ਕੀਤੀ ਸੀ, ਤਾਂ ਉਹ ਅਸੀਂ ਕੁਆਟਰਲੀ ਪੇ ਕਰਦੇ ਸੀ। ਤੇ ਗਗਨਦੀਪ ਕਹਿੰਦਾ ਸੀ ਕੋਈ ਗੱਲ ਨਹੀਂ, ਆਪਾਂ ਕੁਆਟਰਲੀ 3 ਮਹੀਨਿਆਂ ਨੂੰ ਪੇ ਕਰਨੀ ਆ, ਜਦ ਤੱਕ ਇਹ ਅੰਕਲ ਦਾ ਵੀ ਕੰਮ ਹੋ ਜਾਣਾ। BT ਮਤਲਬ ਕਿ ਬ੍ਰਿਟਿਸ਼ ਟੈਕਸ ਜਿਹੜਾ ਤੁਸੀਂ ਕਹਿੰਦੇ ਹੋ, ਬ੍ਰਿਟਿਸ਼ ਟੈਕਸ ਦੀ ਕਾਲ? ਹਾਂਜੀ ਹਾਂਜੀ, VAT ਅਸੀਂ ਦਿੰਦੇ ਆ ਕਰਕੇ। ਕੰਪਨੀ ਦੀ VAT ਹੁੰਦੀ ਆ ਸਾਡੀ, ਲੱਖ ਤੋਂ 1.5 ਲੱਖ ਪਾਉਂਡ ਮਹੀਨੇ ਦੀ VAT ਹੋ ਜਾਂਦੀ ਸੀਗੀ। ਇਹ ਫੁੱਲ ਫਾਰਮ ਕੀ ਹੈ ਬ੍ਰਿਟਿਸ਼ ਟੈਕਸ? ਕੀ ਕਹਿੰਦੇ ਨੇ ਪੂਰਾ ਤੁਸੀਂ ਕਹਿੰਦੇ ਹੋ? BTA ਕੀ ਹੈ ਜੀ? ਪਤਾ ਨਹੀਂ, VAT ਕਹਿੰਦੇ ਆ। BI ਇੱਥੇ ਤਾਂ ਸਾਰੇ BAT I think for sure British। ਇਹ ਤੋਂ ਪਤਾ ਨਹੀਂ ਜੀ, ਇਹ ਤਾਂ ਟੈਕਸ ਹੋਵੇਗਾ। ਇਹਦਾ ਕੀ ਬਣ ਸਕਦਾ? I don't know, can you check it on Google? BAT ਕੀ ਬਣਦਾ ਪਲੀਜ਼? ਹਾਂਜੀ, ਬ੍ਰਿਟਿਸ਼ I think B ਆ, ਬ੍ਰਦਰ ਵਾਲੀ B ਨਹੀਂ ਜੀ, ਦੂਜੀ V like Victor ਹੈ। ਹਾਂਜੀ, VAT you sure? I don't know, ਕਿਉਂਕਿ I'm not, ਮੈਂ didn't go through। ਅੱਛਾ, anyway, so ਜਿਹੜਾ ਟੋਟਲ ਪੈਸੇ ਜਿਹੜਾ ਤੁਸੀਂ ਕਿੰਨੀ ਤਰੀਕ ਤੱਕ ਦਿੱਤਾ ਤੁਹਾਡੇ ਬੇਟੇ ਨੇ ਆਪਣੀ, ਉਹਨੇ ਡੈਥ ਤੋਂ ਪਹਿਲਾਂ? ਉਹਨੇ ਡੈਥ ਜਿਹੜੀ ਹੁੰਦੀ ਆ ਉਹ 11 ਵਿੱਚ ਹੁੰਦੀ ਆ ਉਹਦੀ। ਤੁਸੀਂ ਇਹ ਦੇਖ ਲਓ ਕਿ ਜਦੋਂ ਉਹਨੇ ਇਹਨਾਂ ਦੇ ਕੋਲੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਆ, ਤੇ ਇਹ ਫਿਰ ਫੋਨ ਘੱਟ ਕਰ ਦਿੱਤਾ ਇਹਨਾਂ ਨੇ ਚੱਕਣਾ, ਹਨਾ, ਉਹਦਾ ਵੀ, ਗਗਨਦੀਪ ਦਾ ਵੀ। ਤੇ ਦਸੰਬਰ ਦੇ ਵਿੱਚ ਉਹਨੇ ਪੈਸੇ ਮੰਗਣੇ ਸ਼ੁਰੂ ਕੀਤੇ ਆ, ਦਸੰਬਰ 10 ਦੇ ਵਿੱਚ, ਤੇ 11 ਦੀ ਫਰਵਰੀ ਦੀ 26 ਤਰੀਕ ਨੂੰ ਗਗਨ ਦਾ ਮਰਡਰ ਹੋ ਜਾਂਦਾ। ਉਸ ਤੋਂ ਬਾਅਦ ਤੁਹਾਨੂੰ ਫਿਰ ਮਿਲਿਆ ਨਹੀਂ ਇਹ? ਨਹੀਂ ਜੀ, ਇਹ ਨਹੀਂ ਮਿਲਿਆ ਮੈਨੂੰ। ਮੈਂ ਇਹਨਾਂ ਨੂੰ ਫੋਨ ਵੀ ਕੀਤਾ, ਮੈਂ ਵੀ ਗੱਲ ਕਹੀ ਕਿ ਉਸ ਵੇਲੇ ਜਦੋਂ ਗਗਨਦੀਪ ਦਾ ਮਰਡਰ ਹੋਇਆ, ਸਾਡੇ ਸਾਂਝੇ ਅਕਾਊਂਟ ਸੀ, ਮੇਰੇ ਦਾ ਗਗਨਦੀਪ ਦੇ, ਸਾਡੇ ਸਾਰੇ ਅਕਾਊਂਟ ਫਰੀਜ਼ ਹੋ ਗਏ ਸੀ ਕਰਕੇ ਗਵਰਨਮੈਂਟ ਕਹਿੰਦੀ ਸੀ ਪਤਾ ਨਹੀਂ ਕਿਹੜਾ ਬੰਦਾ, ਪੁਲਿਸ ਕਹਿੰਦੀ ਸੀ ਤੁਹਾਡੇ ਮਗਰ ਲੱਗਿਆ, ਹੋ ਸਕਦਾ ਉਹ ਬੈਂਕਾਂ ਵੀ ਡਰੋਨ ਕਰਵਾ ਲਵੇ, ਕਿਉਂਕਿ ਸੈਕੰਡ ਮਰਡਰ ਹੋ ਗਿਆ ਫੈਮਿਲੀ ਦੇ ਵਿੱਚ। ਤੇ ਉਸ ਵੇਲੇ ਮੇਰੇ ਅਕਾਊਂਟ ਨਹੀਂ ਸੀ ਖੁੱਲ ਰਿਹਾ, ਮੈਨੂੰ ਪੈਸੇ ਚਾਹੀਦੇ ਸੀ ਗਗਨਦੀਪ ਤੋਂ ਬਾਅਦ। ਮੈਂ ਇਹਨੂੰ ਫੋਨ ਕਰ ਕਰਕੇ, ਈਮੇਲਾਂ ਕਰ ਕਰਕੇ ਕਿਹਾ ਕਿ ਮੈਂ ਇੰਨੀ ਹੱਥ ਮੇਰਾ ਟਾਈਟ ਆ ਇਸ ਵੇਲੇ
ਕਿ ਮੈਂ ਬੇਟੇ ਦਾ ਫਿਊਨਰ ਕਰਨਾ, ਮੈਨੂੰ ਉਨੀ ਕੋਸਟ ਦੇ ਦੇ ਜਿਹੜਾ ਫਿਊਨਰ ਡਾਇਰੈਕਟਰ ਨੂੰ ਮੈਂ ਦੇਣੇ ਆ ਹਨਾ। ਮੇਰਾ 25,000 ਪੌਂਡ ਦਾ ਬਿੱਲ ਬਣਿਆ ਸੀ, ਮੈਂ ਕਿਹਾ ਉਹਨੇ ਦੇ ਦੇ। ਤੇ ਇਹਨੇ ਮੂਹਰੋਂ ਜਿਹੜੀ ਮੈਨੂੰ ਗੱਲ ਕਹੀ, ਮੈਨੂੰ ਕਹਿੰਦਾ ਮੇਰੀ ਦਾਦੀ ਮਰੀ ਸੀ, ਅਸੀਂ ਤਾਂ 2000 ਚ ਫਿਊਨਰ ਕਰ ਦਿੱਤਾ, ਤੁਸੀਂ 25,000 ਕਾਹਦੇ ਲਾ ਰਹੇ ਆ। ਇਹ ਗੱਲ ਕਰਕੇ ਇਹਨੇ ਫੋਨ ਕੱਟਤਾ, ਮੁੜ ਕੇ ਇਹਨੇ ਸਾਡੇ ਫੋਨ ਨਹੀਂ ਕੀਤਾ। ਇਹਨੇ ਹੁਣ ਤੁਹਾਨੂੰ ਕਿੰਨੇ ਚਿਰ ਬਾਅਦ ਮਤਲਬ ਤੁਹਾਨੂੰ ਜਿਹੜੀ ਤੁਸੀਂ ਮੈਨੂੰ ਈਮੇਲ ਭੇਜੀ ਅੱਜ ਕੱਲ ਅਸੀਂ ਇੱਕ ਨਿਊਜ਼ ਬ੍ਰੇਕਿੰਗ ਨਿਊਜ਼ ਦਿੱਤੀ ਸੀ, ਕੱਲ ਨੂੰ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਲਾਸਟ ਟਾਈਮ ਦੱਸਿਆ ਸੀ ਧਨੋਵਾ, ਤਾਂ ਤੁਹਾਡੀ ਈਮੇਲ ਜਿਹੜੀ ਸਾਨੂੰ ਮਿਲ ਚੁੱਕੀ ਹੈ ਉਹਦੇ ਵਿੱਚ ਉਹ ਕਬੂਲਿਆ ਕਿ ਮੈਂ ਤੁਹਾਡੇ ਪੈਸੇ ਦੇਣੇ ਆ, ਕਿ ਮੈਂ ਦਊਂਗਾ, ਕਿ ਮੀਡੀਆ ਵਿੱਚ ਕਬੂਲੀ ਤਾਂ ਜਾਂਦਾ, ਮੇਰੇ ਕੋਲ 1000 ਈਮੇਲਾਂ ਆ ਉਹਦੀਆਂ, ਕਬੂਲੀ ਤਾਂ ਜਾਂਦਾ ਮੈਂ ਦੇਣੇ ਆ, ਪਰ ਕਦੋਂ ਨੂੰ ਦੇਣੇ ਆ, 10 ਸਾਲ ਹੋ ਗਏ ਜੀ। ਆਈ ਸੀ। ਸੋ ਜਿਹੜੀ ਆ ਮੂਵੀ ਜਿਹੜੀ ਹੈ ਕਬੱਡੀ ਵਾਂਸ ਅਗੇਨ ਰਿਲੀਜ਼ ਹੋਈ ਨਹੀਂ ਗੀ? ਹੋ ਗਈ ਆ ਜੀ, ਇਹ ਤਾਂ ਉਦੋਂ ਤੋਂ ਹੋ ਗਈ ਸੀਗੀ। ਤੇ ਫਿਰ ਪੈਸੇ ਫਿਰ ਕਿਉਂ ਨਹੀਂ ਦੇ ਰਿਹਾ ਇਹ? ਇਹਦਾ ਮੈਨੂੰ ਨਹੀਂ ਪਤਾ, ਮੈਨੂੰ ਇਹਨੇ ਇਹ ਐਕਸਕਿਊਜ਼ ਲਾਇਆ ਕਿ ਜਲੰਧਰ ਕੋਈ ਬਤਰਾ ਬ੍ਰਦਰਸ ਆ, ਕਿ ਉਹਨਾਂ ਦੇ ਨਾਲ ਇਹਦੀ ਫਿਲਮ ਦੀ ਡੀਲ ਹੋਈ ਸੀਗੀ, ਉਹਨਾਂ ਨੇ ਗਾਹਾਂ ਚਲਾਉਣੀ ਸੀ ਤੇ ਉਹਨਾਂ ਨੇ ਅਸੀਂ ਵੀ ਵਨ ਫਾਈਂਡ ਆਊਟ ਜਿਹੜੇ ਕਬੱਡੀ ਜਿਹੜੇ ਮੂਵੀ ਦੇਖਣ ਦੇ ਸ਼ੌਕੀਨ ਨੇ, ਕਬੱਡੀ ਵਾਂਸ ਅਗੇਨ ਦੇ ਵਿੱਚ ਕਿਹੜੇ ਕਿਹੜੇ ਹੀਰੋ ਸੀਗੇ ਜਾਂ ਹੀਰੋਇਨ ਤਾਂ ਨਹੀਂ ਹੋ ਸਕਦੀਆਂ, ਹੀਰੋ ਹੋ ਸਕਦੇ ਸਾਰੇ, ਔਰ ਸਾਨੂੰ ਕਾਲ ਕਰਨ ਔਰ ਦੱਸਣ ਕਿ ਕਬੱਡੀ ਜਿਹੜੀ ਹੈ ਵਾਂਸ ਅਗੇਨ ਜਿਹੜੀ ਮੂਵੀ ਆ ਜਿਹਨਾਂ ਦੇਖੀ ਆ ਇਹਦੇ ਵਿੱਚ ਕਿਹੜੇ ਕਿਹੜੇ ਐਕਟਰ ਸੀਗੇ, ਉਹ ਸਾਨੂੰ ਪਲੀਜ਼ ਕਾਲ ਕਰੋ ਜੀ। ਇੱਕ ਤਾਂ ਉਹ ਮੁੰਡਾ ਸੀਗਾ ਬੋਡੀ ਬਿਲਡਰ ਜਿਹਾ ਘੁੰਮਣ, ਜਿਹੜਾ ਉਹ ਆਪਣੇ ਜਿਹੜਾ ਆਪਣੇ ਜਲੰਧਰ ਦਾ ਮੁੰਡਾ ਆ, ਜਲੰਧਰ ਦਾ ਹੀ ਆ। ਹਾਂਜੀ ਹਾਂ ਠੀਕ ਹੈ, ਉਹਦੇ ਘੁੰਮਣ ਆ। ਮੈਂ ਲੋਕਾਂ ਨੂੰ ਪੁੱਛਣਾ ਸਾਨੂੰ ਲੋਕ ਮੈਨੂੰ ਪਲੀਜ਼ ਮੈਨੂੰ ਕਾਲ ਕਰੋ ਰਾਈਟ ਵੇ ਔਰ ਤਾਂ ਦੱਸੋ ਕਿਹੜੇ ਕਿਹੜੇ ਇਹਦੇ ਵਿੱਚ ਐਕਟਰ ਸੀਗੇ ਕਿ ਉਸ ਸਟੋਰੀ ਨੂੰ ਪ੍ਰੋਪਰ ਜਿਹੜੀ ਆ ਪ੍ਰੋਸੀਡ ਕਰਨਾ ਚਾਹਾਂਗੇ। ਸੋ ਸਾਹਿਬ ਪੁੱਛ ਲਓ ਕਿ ਜਿਸ ਕਿਸੇ ਨੂੰ ਐਕਟਰ ਦਾ ਪਤਾ ਤਾਂ ਲਾਈਨ ਦਿਓ ਮੈਨੂੰ ਰਾਈਟ ਵੇ। ਸੋ ਉਹਨੂੰ ਪੁੱਛਣਾ ਚਾਹੁੰਦਾ। ਅੱਛਾ ਜੀ, ਹੁਣ ਤੁਹਾਨੂੰ ਜਿਹੜੀ ਆ ਜਦੋਂ ਆਪਾਂ ਕੱਲ ਸਟੋਰੀ ਨੂੰ ਕਵਰ ਕੀਤਾ, ਕਿ ਕੱਲ ਨੂੰ ਕਵਰ ਕਰਨ ਜਾ ਰਹੇ ਆ, ਤੁਹਾਨੂੰ ਇਹਨਾਂ ਵੱਲੋਂ ਈਮੇਲ ਆਈ ਆ, ਆਮ ਰਾਈਟ? ਉਹਨਾਂ ਨੂੰ ਮਤਲਬ ਪਤਾ ਲੱਗ ਗਿਆ ਕਿ ਮੈਂ ਸਟੋਰੀ ਨੂੰ ਕਵਰ ਕਰ ਰਿਹਾ। ਹਾਂਜੀ, ਤੁਹਾਨੂੰ ਈਮੇਲ ਵਿੱਚ ਕੀ ਲਿਖਿਆ ਉਹਨਾਂ ਨੇ ਦੱਸੋਗੇ ਲੋਕਾਂ ਨੂੰ ਪਲੀਜ਼ ਕਾਈਂਡਲੀ? ਐਟਲੀਸਟ ਸਾਡਾ ਇੰਨਾ ਸੀ ਇਫੈਕਟਿਵ ਹੈ ਦੁਨੀਆ ਦੇ ਵਿੱਚ ਕਿ ਸਾਡੀ ਕੋਈ 1-2 ਮਿੰਟ ਦੀ ਇੰਟਰਵਿਊ ਨੇ ਇੰਨਾ ਇਫੈਕਟ ਕੀਤਾ ਕਿ ਮਜਬੂਰ ਕਰਤਾ ਮਿਸਟਰ ਹਰਜਿੰਦਰ ਧਨੋਏ ਨੂੰ ਕਿ ਇਹਨਾਂ ਨੂੰ ਈਮੇਲ ਕਰਨ ਦਾ ਕਿ ਮੈਂ ਤੁਹਾਨੂੰ ਪੈਸੇ ਦੇਣ ਨੂੰ ਤਿਆਰ ਹਾਂ। ਸੋ ਉਹਨਾਂ ਨੇ ਕੀ ਲਿਖਿਆ, ਕੈਨ ਯੂ ਪ੍ਰੋਸੀਡ ਐਂਡ ਰੀਡ ਓਵਰ ਟੂ ਮੀ ਪਲੀਜ਼? ਆਪਣੇ ਤੁਸੀਂ ਅੰਗਰੇਜ਼ੀ ਚੰਗੀ ਤਰ੍ਹਾਂ ਜਾਣਦੇ ਹੋ, ਤਜਿੰਦਰ ਆਪਣੇ ਮੈਨੂੰ ਲਿਖ ਕੇ ਦੱਸੋ ਕਿ ਉਹਨਾਂ ਨੇ ਭੇਜਿਆ ਤੁਹਾਨੂੰ ਈਮੇਲ ਕੀ ਕੀਤਾ। ਗੋ ਹੈਡ ਪਲੀਜ਼। ਈਮੇਲ ਦਾ ਜੀ ਮੇਰੇ ਇਸੇ ਫੋਨ ਦੇ ਵਿੱਚ ਹੀ ਆ। ਆਈ ਸੀ। ਸੋ ਸਾਹਿਬ ਯੂ ਹੈਵ ਯੂਰ ਈਮੇਲ, ਕੈਨ ਯੂ ਪ੍ਰੋਸੀਡ ਦੈਟ? WhatsApp ਤੇ ਮੇਰੇ ਖਿਆਲ ਕੇ ਮੈਨੂੰ ਤੁਸੀਂ ਭੇਜੀ ਈਮੇਲ, ਉਹ ਤੁਸੀਂ ਮੈਨੂੰ WhatsApp ਕੀਤੀ ਈਮੇਲ ਜੀ? WhatsApp ਕੀਤੀ ਆ। ਹਾਂਜੀ ਹਾਂਜੀ, ਇੱਕ ਸੈਕਿੰਡ ਜੀ, ਓਕੇ ਹੋਲਡ ਔਨ 1 ਸੈਕਿੰਡ। ਸੋ ਮੈਂ ਈਮੇਲ ਕੀਤੀ ਆ ਨਾ, ਈਮੇਲ ਕੀਤੀ ਆ ਜੀ। ਹਾਂਜੀ ਈਮੇਲ ਕੀਤੀ। ਸੋ ਈਮੇਲ ਚੈੱਕ ਕਰੋ, ਤੁਹਾਡੀ ਈਮੇਲ ਤੇ ਹੈ, ਈਮੇਲ ਚੈੱਕ ਕਰੋ ਜੀ। ਹਾਂਜੀ, ਤਜਿੰਦਰ ਜੀ ਦੀ ਸਾਨੂੰ ਈਮੇਲ ਆਈ ਹੋਈ ਹੈ ਜੀ। ਹਾਂ, ਉਹ ਤੁਸੀਂ ਰੀਡ ਕਰੋ। ਤਜਿੰਦਰ ਜੀ ਦੀ ਈਮੇਲ ਨਹੀਂ ਗੀ, ਉਹ ਐਕਚੁਅਲੀ ਈਮੇਲ ਇਹਨਾਂ ਫਾਰਵਰਡ ਕੀਤੀ ਹੈ ਜਿਹੜੀ ਕਿ ਸਾਨੂੰ ਤਜਿੰਦਰ ਜੀ ਨੇ ਕੀਤੀ, ਇਹਨਾਂ ਨੂੰ ਉਹਨਾਂ ਨੇ ਕੀਤੀ, ਹਰਜਿੰਦਰ ਧਨੋਆ ਨੇ। ਉਹ ਤੁਸੀਂ ਪੜ੍ਹ ਕੇ ਦੱਸੋ ਜੀ ਪਲੀਜ਼। ਅੱਛਾ, ਤੁਸੀਂ ਮੈਨੂੰ ਆਗਿਆ ਦਿੰਦੇ ਹੋ ਈਮੇਲ ਅਸੀਂ ਪਬਲਿਕ ਕਰ ਸਕਦੇ ਹਾਂ? ਹਾਂਜੀ ਜੀ, ਅੱਜ ਵਾਲੀ ਕਰਿਓ ਜਿਹੜੀ ਅੱਜ ਆਈ। ਹਾਂਜੀ, ਅੱਜ ਵਾਲੀ ਕਰਾਂਗੇ। ਹਾਂਜੀ ਪਲੀਜ਼ ਅੱਜ ਵਾਲੀ ਕਰ ਦਿਓ ਜੀ ਪਲੀਜ਼। ਸੋ ਸਭ ਪੜ੍ਹ ਦਿਓ, ਜਲਦੀ ਕਰੋ ਜੀ। ਹਰਜਿੰਦਰ ਜੀ ਨੇ ਉਹਦੇ ਵਿੱਚ ਲਿਖਿਆ, ਡੀਅਰ ਰਿਸਪੈਕਟਡ ਤਜਿੰਦਰ ਜੀ, ਆਈ ਹੋਪ ਦਿਸ ਮੇਲ ਫਾਈਂਡਸ ਯੂ ਵੈਲ. I heard that you have been on the Joginder Basi live show. The talk about me calling me a fraud and that I have been ignoring you. I have never ignored you, and I never said that the money you gave me for the film I will not repay. Currently to date, I have not received a single penny from the film since we began the project, and this is going through a court case in India against the film distributor. I am going through a difficult time because this film took too many things away from my life. So firstly, I do not understand why you are going on live TV and talking about my family and friends when this situation has nothing to do with the money you loaned me for the film. This is harming my respect that I have earned over a long time, and even before I met you for no fault of my own. It's taking too long to resolve the case, which is out of my hands, but I am trying my best to get resolved through the legal system. I appreciate you have waited this long as well as I have, and am hoping that this does get resolved soon. As I have repeatedly said, I'll return the monies I owe, and I have lost many things because of this, but if you feel this is best way for you to proceed by going on media, then I cannot stop you. So basically ਇਹਦੇ ਵਿੱਚ ਜੇ I know, but ਗਾ ਫਰਦਰ ਪਲੀਜ਼ ਤੁਸੀਂ ਰੀਡ ਕਰੋ, ਪੂਰੀ ਰੀਡ ਕਰ ਦਿਓ
ਕਿਉਂਕਿ ਜੀ। ਸਾਰਾ ਕੁਝ ਜਿਹੜਾ ਰੀਡ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਵਨ ਸਾਈਡ ਸਟੋਰੀ ਚੱਲ ਰਹੀ ਹੈ, ਉਹਦੇ ਵਿੱਚ ਉਹਦਾ ਪੱਖ ਅਸੀਂ ਦੇ ਰਹੇ ਹਾਂ ਇਸ ਵੇਲੇ। ਔਰ ਜੇ ਇਸ ਵੇਲੇ ਮਿਸਟਰ ਧਨੋਆ ਜੀ ਤੁਸੀਂ ਸਾਡੇ ਸਤਿਕਾਰਯੋਗ ਹੋ, ਤੁਸੀਂ ਆਪਣਾ ਪੱਖ ਰੱਖਣਾ ਚਾਹੋ ਤੁਸੀਂ ਸਾਨੂੰ ਕੱਲ੍ਹ ਨੂੰ ਵੀ ਕਾਲ ਕਰ ਸਕਦੇ ਹੋ। ਸਾਡਾ ਨੰਬਰ ਹੈ, ਤੁਹਾਡੇ ਮੈਂ ਕਜ਼ਨ ਨੂੰ ਕਾਲ ਕੀਤਾ ਔਰ ਉਹਨਾਂ ਨੇ ਸਾਨੂੰ ਕੋਈ ਵੀ ਅਤਾ ਪਤਾ ਨਹੀਂ ਦੱਸਿਆ ਕਿ ਤੁਸੀਂ ਆਪ ਜੀ ਕਿੱਥੇ ਹੋ। ਮੈਂ ਇੰਗਲੈਂਡ ਵੀ ਕੋਸ਼ਿਸ਼ ਕੀਤੀ ਹੈ, ਮੈਂ ਇੱਥੇ ਤੱਕ ਕਿ ਮੇਰੇ ਸੋਰਸਿਸ ਪੁਲਿਸ ਤੱਕ ਵੀ ਹੈ। ਆਈ ਫਾਈਂਡ ਆਊਟ ਸਮਥਿੰਗ ਐਨੀ ਹਾਊ, ਮੈਂ ਦੱਸਣਾ ਚਾਹੁੰਦਾ ਔਰ ਤੁਸੀਂ ਸਾਨੂੰ ਮਿਲ ਨਹੀਂ ਰਹੇ ਕਿਤੇ ਵੀ। ਸੋ ਮੈਂ ਚਾਹੁੰਦਾ ਕਿ ਤੁਹਾਡੀ ਰਿਸਪੈਕਟ ਜਿਹੜੀ ਆ ਵੀ ਰਿਸਪੈਕਟ ਯੂ ਕਿ ਤੁਸੀਂ ਆਪਣਾ ਪੱਖ ਰੱਖ ਸਕੋ। ਸੋ ਅਸੀਂ ਇਹ ਪੂਰੀ ਈਮੇਲ ਨੂੰ ਪ੍ਰੋਸੀਡ ਕਰਦੇ ਹੋਏ ਪਲੀਜ਼ ਗੋ ਹੈਡ। ਜੀ further ਉਹ ਲਿਖਦੇ ਜੀ, I just want to remind you that when you had problems I stood with you and you stood with me, but I never once went public with your issues or thoughts to do so. I respect you till this day and always will. I'll not talking to any more explain myself as this is a private matter between you and me and not anyone else. At the same time you trusted me and now you do not and there is nothing I can do. Every family is the same, so please do not disrespect my family. When someone helps somebody they are good, but now I have lost money and time through this film. I am deemed to be bad. The language that you have been used, I'm a fraud, I'm a cheater, and that I am hiding very strong, and I do not disrespected for this as it makes it seems I like I am a criminal, but I am not committed a crime. I do ask you if you can tell me of anyone who has come to you and said that I have said anything bad or disrespect against you and your family. As I said, you are completely free to do as you wish and to make up any stories you want, as I cannot stop you from doing this, especially if you think this is the right course of action for you to get your money back. Once on a side note, the presenter of the show, Joginder Basi, also came to our Mela before, and someone I have had the pleasure of meeting. Mr. Basi is a respectful person, but again, he has also said I am a fraud and that I'm in hiding, and this surprised me as well as hurt me, as I did not believe he would say these words about anyone. I appreciate that with the media on your side, so you feel you can easily say these things about a person without hearing the other person's version of events, but I have not cheated anymore. I thank you with my humble and utmost respect for both you and Mr. Basi. Regards, Harjinder Singh Dhanoa. ਓਕੇ, ਫਸਟ ਆਫ ਆਲ ਆਈ ਕੁਡਨਟ ਅੰਡਰਸਟੈਂਡ ਕਿ ਮਿਸਟਰ ਧਨੋਆ ਨੇ ਮੈਨੂੰ ਈਮੇਲ ਕਿਉਂ ਨਹੀਂ ਕੀਤੀ। ਦੂਜੀ ਗੱਲ ਕਿ ਇਹ ਮੇਲਾ ਇੰਡੀਆ ਵਿੱਚ ਕਰਾਉਂਦਾ ਆਇਆ, ਮੈਂ ਗਿਆ, ਆਈ ਡੋਂਟ ਨੋ ਕਿ ਮੈਂ ਗਿਆ ਜਾਂ ਨਹੀਂ ਗਿਆ, ਕਿਉਂਕਿ ਆਈ ਨੈਵਰ ਮੈਟ ਦਿਸ ਗਾਈ। ਸ਼ਾਇਦ ਮਿਲਿਆ ਹੋਵਾਂ, ਕਈ ਵੀ ਫੰਕਸ਼ਨਾਂ ਦੇ ਉੱਪਰ ਕਈ ਲੋਕ ਸੱਦ ਲੈਂਦੇ ਤੁਹਾਨੂੰ, ਫੰਕਸ਼ਨ ਕਿਸੇ ਦੇ ਹੁੰਦੇ ਆ, ਹੋ ਸਕਦਾ ਮੈਂ ਗਿਆ ਹੋਵਾਂ, ਬਟ ਆਈ ਨੈਵਰ ਮੈਟ ਦਿਸ ਪਰਸਨਲੀ। ਕਈ ਵਾਰ ਕੁਝ ਲੋਕ ਤੁਹਾਡਾ ਫੋਟੋ ਖਿਚਾ ਲੈਂਦੇ ਨੇ, ਕੁਝ ਲੋਕਾਂ ਨੂੰ ਸ਼ੌਕ ਹੁੰਦਾ, ਬਟ ਅੱਜ ਤੋਂ ਬਾਅਦ ਮੈਨੂੰ ਲੱਗਦਾ ਕਿ ਲੋਕ ਜਿਹੜੇ ਨੇ ਹੁਣ ਤਾਂ ਭੱਜਦੇ ਨੇ ਲੋਕਾਂ ਨੂੰ ਫੋਟੋ ਖਿਚਾਉਣ ਤੋਂ, ਕਿਉਂਕਿ ਲੋਕ ਜਿਹੜੇ ਨੇ ਹੀਰਾਫੇਰੀ ਕਰਦੇ ਨੇ, ਫੋਟੋ ਚਮਕਾਉਂਦੇ ਨੇ, ਫੇਸਬੁੱਕ ਤੇ ਪਾਉਂਦੇ ਨੇ। ਭਾਈ ਡਰ ਲੱਗਦਾ ਕਿ ਇਹ ਲੋਕ ਪਤਾ ਨਹੀਂ ਕਿਹੜੇ ਵੇਲੇ ਇਹਦੇ ਵਿੱਚ ਘਪਲਾ ਕਰਨਾ। ਇੱਥੇ ਤੱਕ ਤਾਂ ਹੁਣ ਜਿਹੜੇ ਪੋਲੀਟੀਸ਼ੀਅਨ ਲੋਕ ਇਹਨਾਂ ਤੋਂ ਡਰਦੇ ਨੇ ਫੋਟੋ ਖਿਚਾਉਣ ਨੂੰ। ਹੁਣ ਪੋਲੀਟੀਸ਼ੀਅਨ ਆਪ ਚਾਹੁੰਦੇ ਸਾਡੇ ਨਾਲ ਕੋਈ ਫੋਟੋ ਖਿਚਾਵੇ ਤਾਂ ਲੋਕ ਇੱਥੇ ਵੀ ਕਹਿੰਦੇ ਆ ਭਾਈ ਅਸੀਂ ਨਹੀਂ ਖਿਚਾਉਣੀ ਆ, ਪਤਾ ਨਹੀਂ ਇਹਨਾਂ ਕਿਹੜੇ ਵੇਲੇ ਘਪਲਾ ਕਰ ਦੇਣਾ। ਕੱਲ ਮੈਂ ਰੋਮਾ ਉੱਪਰ ਨੇ ਕਿਹਾ ਕਿ ਬਾਸੀ ਜੀ ਲੋਕ ਤੁਹਾਨੂੰ ਪਤਾ ਕਿ ਪੋਲੀਟੀਸ਼ੀਅਨ ਨੂੰ ਫੋਟੋ ਕਿਉਂ ਨਹੀਂ ਖਿਚਾਉਂਦੇ? ਮੈਂ ਕਿਹਾ ਕਿਉਂ? ਕਹਿੰਦੇ ਪਤਾ ਨਹੀਂ ਕਿਹੜੇ ਵੇਲੇ ਕੱਪੜੇ ਵਿੱਚ ਇਹਨਾਂ ਨੇ ਚਾਰਜ ਹੋ ਜਾਣਾ ਤਾਂ ਲੋਕ ਫਿਰ ਡਰਦੇ ਸਾਡੀਆਂ ਫੋਟੋਆਂ। ਅਸੀਂ ਕੋਈ ਸਮਾਂ ਹੁੰਦਾ ਸੀ ਜਦੋਂ ਲੋਕ ਫੋਟੋਆਂ ਪੋਲੀਟੀਸ਼ੀਅਨ ਖਿਚਾਉਣਾ ਚਾਹੁੰਦੇ ਹੁੰਦੇ ਸੀਗੇ, ਤਾਂ ਹੁਣ ਲੋਕ ਜਿਹੜੇ ਪੋਲੀਟੀਸ਼ੀਅਨ ਦੇ ਕੇ ਭੱਜ ਜਾਂਦੇ ਨੇ, ਸਾਡੀ ਫੋਟੋ ਇਹਨਾਂ ਨਾਲ ਆ ਜਾਵੇ, ਪਤਾ ਨਹੀਂ ਇਹਨਾਂ ਨੇ ਕਿਹੜੇ ਵੇਲੇ ਕੀ ਕਰ ਦੇਣਾ। ਇਹ ਸਾਰੇ ਤਾਂ ਨਹੀਂ ਹੈ, ਇਹਨਾਂ ਵਿੱਚ ਕੁਝ ਹੈ ਐਸੇ ਟਰੂ ਹੈ, ਤੇ ਕੁਝ ਤਾਂ ਬਹੁਤ ਚੰਗੇ ਸਾਫ ਸੁਥਰੇ, ਵੀ ਰਿਸਪੈਕਟ ਦੈਮ ਉਹਨਾਂ ਪੋਲੀਟੀਸ਼ੀਅਨ ਦੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਅਸੀਂ ਵਰਜਨ ਦੀ ਗੱਲ ਕਰ ਰਹੇ ਹੋ ਆਪਣੇ ਮਿਸਟਰ ਧਨੋਆ, ਅਸੀਂ ਤੁਹਾਨੂੰ ਕਾਲ ਕਰ ਚੁੱਕੇ ਹਾਂ, ਤੁਸੀਂ ਸਾਡਾ ਫੋਨ ਅਟੈਂਡ ਨਹੀਂ ਕਰ ਰਹੇ, ਤੁਹਾਨੂੰ ਅਸੀਂ ਮੈਸੇਜ ਛੱਡੇ ਆ। ਇਹ ਵਨ ਸਾਈਡਡ ਸਟੋਰੀ ਹੈ, ਅਸੀਂ ਮੰਨਦੇ ਹਾਂ, ਪਰ ਤੁਹਾਨੂੰ ਚਾਂਸ ਦੇ ਚੁੱਕੇ ਹਾਂ, ਅਸੀਂ ਹੁਣ ਪ੍ਰੋਸੀਡ ਕਰਨ ਦੇ ਸਾਡੇ ਕੋਲ ਪੂਰੇ ਹੱਕ ਨੇ। ਤੁਸੀਂ ਸਾਨੂੰ ਕਾਲ ਕਰਕੇ ਦੱਸੋ। ਔਰ ਤਜਿੰਦਰ ਤੁਸੀਂ ਮੈਨੂੰ ਦੱਸਿਆ ਕਿ ਤੁਸੀਂ ਜਿਹੜੇ ਕਮਿਸ਼ਨਰ ਨੇ, ਸੀਪੀ ਨੇ ਸਾਡੇ ਜਲੰਧਰ ਦੇ ਭੁੱਲਰ ਸਾਹਿਬ, ਉਹਨਾਂ ਨੂੰ ਤੁਸੀਂ ਕੰਪਲੇਂਟ ਕੀਤੀ ਸੀਗੀ, ਉਸ ਤੋਂ ਬਾਅਦ ਜਦੋਂ ਉਹਨਾਂ ਨੇ ਐਕਸ਼ਨ ਲਿਆ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਵਿਡਰਾ ਕਰ ਗਏ ਸੀ, ਕੀ ਹੋਇਆ? ਜਸਟ ਗਿਵ ਮੀ ਦੈਟ ਪਾਰਟ ਪਲੀਜ਼, ਕਮ ਔਨ ਜੀ। ਜਦੋਂ ਮੈਂ ਕੰਪਲੇਂਟ ਕੀਤੀ ਆ ਤੇ ਉਹਨਾਂ ਨੇ ਇਹਨਾਂ ਤੱਕ ਪਹੁੰਚ ਕੀਤੀ ਆ ਪੁਲਿਸ ਵਾਲਿਆਂ ਨੇ, ਤਾਂ ਇਹ ਧਨੋਆ ਸਾਹਿਬ ਸਾਡੇ ਘਰ ਇੱਥੇ ਆ ਗਏ ਆ। ਮੇਰੇ ਬੱਚਿਆਂ ਦੇ ਸਾਹਮਣੇ ਬੈਠ ਕੇ ਇਹਨਾਂ ਨੇ ਸੌਰੀ ਫੀਲ ਕੀਤੀ ਕਿ ਮੈਂ ਸੌਰੀ ਆ ਤੇਂਦਰ, ਮੇਰੇ ਤੋਂ ਪੈਸੇ ਦੇ ਨਹੀਂ ਹੋਏ ਜਾਂ ਮੇਰੇ ਤੋਂ ਤੇਰੇ ਫੋਨ ਦਾ ਜਵਾਬ ਨਹੀਂ ਦੇ ਹੋਇਆ, ਤੇ ਮੈਂ ਪੈਸੇ ਦਊਂਗਾ, ਪੈਣੀ ਕਰਕੇ ਦੇ ਦੇਣੀ ਆ, ਪਰ ਮੈਂ ਹਾਲੇ ਬਹੁਤ ਜਾਣੀ ਮੇਰਾ ਹੱਥ ਬਹੁਤ ਟਾਈਟ ਆ, ਮੇਰੇ ਕੋਲ ਕੋਈ ਪੈਸਾ ਹੈ ਨਹੀਂਗਾ। ਤੇ ਤੁਸੀਂ ਫਿਰ ਇਹ ਤੁਹਾਨੂੰ ਕਹਿਤਾ ਕਿ ਤੁਸੀਂ ਉਹ ਕੰਪਲੇਂਟ ਵਾਪਸ ਲੈ ਲਓ? ਇਹਨੇ ਮੈਨੂੰ ਕਿਹਾ ਕਿ ਪਲੀਜ਼ ਮੇਰੀ ਬੇਇੱਜ਼ਤੀ ਨਾ ਕਰਾਓ, ਇੰਡੀਆ ਦੇ ਵਿੱਚ ਮੈਨੂੰ ਬਹੁਤ ਲੋਕੀ ਜਾਣਦੇ ਆ, ਤੇ ਤੁਸੀਂ ਕੰਪਲੇਂਟ ਜਿਹੜੀ ਵਾਪਸ ਲੈ ਲਓ। 1 ਮਹੀਨਾ ਨੀਅਰਲੀ ਲੱਗ ਗਿਆ ਜੀ, ਸਾਡੇ ਘਰ ਰੋਜ਼ ਆ ਕੇ ਬੈਠਾ ਸੀ ਕਿ ਉਹ ਕੰਪਲੇਂਟ ਪਲੀਜ਼ ਵਾਪਸ ਲੈ ਲਓ।
ਤੁਸੀਂ ਵਾਪਸ ਲੈ ਲਿਓ ਤੇ ਕੰਪਲੇਂਟ ਸਾਰੇ ਮੇਰੇ ਫਿਰ ਮੈਂ ਉਹਨਾਂ ਨੂੰ ਲਿਖ ਦਿੱਤਾ ਕਿ ਹੁਣ ਇਹ ਕਹਿੰਦੇ ਆ ਕਿ ਮੈਂ ਪੈਸੇ ਦੇ ਦੂੰਗਾ ਤੇ ਤੁਸੀਂ ਬੰਦ ਕਰ ਦਿਓ। ਪਰ ਇਹ ਪ੍ਰੋਬਲਮ ਹੈ ਸਾਡੇ ਲੋਕਾਂ ਦੀ ਕਿ ਤੁਸੀਂ ਪਹਿਲਾਂ ਕੰਪਲੇਂਟ ਕਰਦੇ ਹੋ, ਤੁਸੀਂ ਬਾਅਦ ਚ ਕਹਿੰਦੇ ਜੀ ਅਸੀਂ ਵਾਪਸ ਲੈਣੀ ਹੈ। ਤੁਸੀਂ ਕਿਉਂ ਵਾਪਸ ਲਈ ਕੰਪਲੇਂਟ ਜਦੋਂ ਕੰਪਲੇਂਟ ਪੁਲਿਸ ਜਿਹੜੇ ਸੀਪੀ ਸਾਹਿਬ ਜਿਹੜੇ ਸੁਣੋ ਗੱਲ ਤਜਿੰਦਰ, ਜਿਹੜੇ ਮੈਂ ਜਾਣਦਾ ਬਹੁਤ ਚੰਗੀ ਤਰ੍ਹਾਂ ਸੀਪੀ ਸਾਹਿਬ ਨੇ ਜਲੰਧਰ ਦੇ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਇੱਕ ਬਹੁਤ ਉੱਚੇ ਘਰਾਣੇ ਨਾਲ ਸੰਬੰਧਿਤ ਨੇ। ਪੰਜਾਬ ਦੇ ਵਿੱਚ ਸਭ ਤੋਂ ਵੱਧ ਟੈਕਸ ਦੇਣ ਵਾਲੇ ਇਹ ਪੁਲਿਸ ਅਫਸਰ ਸਾਹਿਬਾਨ ਨੇ, ਬੜੇ ਇਮਾਨਦਾਰ ਅਫਸਰ ਸਾਹਿਬਾਨ ਨੇ, ਹੋਰ ਵੀ ਬਹੁਤ ਸਾਰੇ ਇਮਾਨਦਾਰ। ਠੀਕ ਹੈ ਕਿ ਕੁਝ ਹੋਰ ਤਰ੍ਹਾਂ ਹੋ ਸਕਦੇ ਨੇ, ਪਰ ਮੈਂ ਬੜਾ ਸਤਿਕਾਰ ਕਰਦਾ ਇਹਨਾਂ ਦਾ। ਔਰ ਤੁਹਾਨੂੰ ਇਨਸਾਫ ਇਹਨਾਂ ਨੂੰ ਦਿਵਾ ਦੇਣਾ ਸੀ ਕਿ ਤੁਹਾਡੀ ਗਲਤੀ ਕਰਕੇ ਸਭ ਕੁਝ ਹੋਇਆ, ਤੁਸੀਂ ਵਿਡਰਾਅ ਨਹੀਂ ਸੀ ਕਰਨੀ ਕੰਪਲੇਂਟ। ਐਨੀਵੇ ਲੈਟਸ ਸੀ ਕਿ ਅਸੀਂ ਇਸ ਨੂੰ ਫਿਰ ਦੁਬਾਰਾ ਪ੍ਰੋਸੀਡ ਕਰਦੇ ਹਾਂ। ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ, ਇਨਸਾਨ ਚਲ ਕੇ ਵਾਪਸ ਨਹੀਂ ਸਕਦੇ, ਪਰ ਇਸ ਮਾਮਲੇ ਵਿੱਚ ਤੁਹਾਨੂੰ ਮਦਦ ਮਿਲੇਗੀ। ਇੱਕ ਤੁਹਾਡੀ ਜਿਹੜੀ ਨਿਦਾਨ ਤੁਹਾਨੂੰ ਤੰਗ ਕਰ ਰਹੀ ਆ ਉੱਤੇ ਐਕਸ਼ਨ ਲਿਆ ਜਾ ਸਕਦਾ। ਬਾਰ ਐਸੋਸੀਏਸ਼ਨ ਬਾਰ ਕਾਉਂਸਲ ਨੂੰ ਅਸੀਂ ਲਿਖਾਂਗੇ ਔਰ ਤੁਸੀਂ ਲਿਖੋਗੇ, ਤੁਹਾਨੂੰ ਅਸੀਂ ਗਾਈਡ ਕਰਾਂਗੇ। ਔਰ ਦੂਜੇ ਪਾਸੇ ਅਸੀਂ ਕੋਸ਼ਿਸ਼ ਕਰਦੇ ਕਿ ਹੈਲਪਲਾਈਨ ਜਿਹੜੀ ਹੈ ਤਹਿਤ ਤੁਹਾਡੀ ਮਦਦ ਕੀਤੀ ਜਾ ਸਕਦੀ। ਕਾਨੂੰਨ ਜੋ ਆਗੇ ਦਿੰਦਾ ਉਹੀ ਕੰਮ ਕੀਤਾ ਜਾਵੇਗਾ। ਔਰ ਇਹ ਟ੍ਰਾਂਜੈਕਸ਼ਨਾਂ ਹੋਈਆਂ ਉਹੀ ਤੁਸੀਂ ਕਰੋਗੇ ਕਿ ਪੁਲਿਸ ਜਿਹੜੀ ਹੈ ਕਈ ਵਾਰੀ ਲੈਣ ਦੇਣ ਦੇ ਵਿੱਚ ਨਹੀਂ ਆਉਂਦੀ, ਪਰ ਜਿਹਦੇ ਵਿੱਚ ਜੇ ਇਸ ਦੇ ਵਿੱਚ ਫਰਾਡ ਹੋਇਆ ਤਾਂ ਹੀ ਕੈਨ ਬੀ ਚਾਰਜ ਫॉर ਸ਼ੋਰ ਨੋ ਮੈਟਰ ਵਟ। ਸੋ ਬਹੁਤ ਵੱਡਾ ਅਮਾਉਂਟ ਹੈ 7 ਕਰੋੜ ਰੁਪਈਆ। ਔਰ ਤੁਸੀਂ ਹੁਣ ਤੁਹਾਨੂੰ ਈਮੇਲ ਫੇਰ ਆ ਗਈ। ਅੱਛਾ, ਤੁਹਾਨੂੰ ਇਹ ਕਦੋਂ ਦੀ ਗੱਲ ਹੈ, ਕਦੋਂ ਕੰਪਲੀਟ ਵਾਪਸ ਲਈ ਸੀ ਮੈਂ ਪੈਸੇ ਦੇ ਨੂੰ? ਤੁਹਾਨੂੰ ਯਾਦ ਹੈ ਕਿਹੜਾ ਸਾਲ ਹੈ ਜੀ? ਉਹ 17 ਦੇ ਵਿੱਚ ਸੀ। 3 ਸਾਲ ਹੋ ਗਏ ਨੇ, 3 ਸਾਲ ਫੇਰ ਹੁਣ ਲੰਘ ਗਏ ਆ ਤਾਂ ਹੁਣ ਤੁਹਾਨੂੰ ਇਹ ਫਿਰ ਇਹ ਆਏ ਆ ਇੱਥੇ ਸਾਡੇ ਕੋਲ। ਇਹਨਾਂ ਨੇ ਉਦੋਂ ਬਾਅਦ ਮੇਰੀ ਨਨਾਣ ਨੇ ਇੰਡੀਆ ਫੇਰ ਬਹੁਤ ਜ਼ਿਆਦਾ ਤੰਗ ਕਰ ਦਿੱਤਾ, ਮੇਰੇ ਕੇਸ ਕੂਸ ਉੱਥੇ ਬਹੁਤ ਅਪਸੈਟ ਕਰਤੇ। ਇਹਨੇ ਮੈਨੂੰ ਫੇਰ ਪ੍ਰੋਮਿਸ ਕਰਦਾ ਕਿ ਮੈਂ ਕੋਈ ਨਹੀਂ, ਮੈਂ ਇੰਡੀਆ ਜਾਣਾ, ਮੈਂ ਜਾ ਕੇ ਸਾਰਾ ਕੁਝ ਦੇਖਦਾ ਆ ਤੇ ਕਰਕੇ ਅਸੀਂ ਤਾਂ ਇੰਡੀਆ ਮੈਂ ਨਾ ਆਪ ਜਾਨੀ ਆ ਨਾ ਮੈਂ ਆਪਣੀ ਬੇਟੀ ਨੂੰ ਭੇਜਦੀ ਆ। ਅੱਛਾ, ਤੁਹਾਨੂੰ ਲਾਰਾ ਲਾਤ ਜਿਹੜੀ ਤੁਹਾਡੀ ਨਨਾਣ ਵਕੀਲ ਹੈ ਕਿ ਮੈਂ ਉਹਨੂੰ ਜਾ ਕੇ ਰੋਕੂਗਾ, ਮਤਲਬ ਮੈਂ ਐਕਸ਼ਨ ਲਵਾਂਗਾ, ਮੈਂ ਰੋਕੂਗਾ, ਮੈਂ ਤੁਹਾਡੇ ਕੇਸ ਮੈਂ ਕੇਸ ਜਾ ਕੇ ਫੇਰ ਫੋਲੋ। ਤੁਸੀਂ ਮੈਨੂੰ ਆਪ ਦੱਸੋ, ਆਪ ਤਾਂ ਤੁਹਾਡੇ ਬੰਦੇ ਨੂੰ ਚੀਟ ਕੀਤਾ ਹੈ, ਤੁਹਾਡੇ ਤੋਂ ਪੈਸੇ ਲੈ ਲਏ, ਇਹਦਾ ਕੋਈ ਕੀ ਅਥਾਰਟੀ ਹੈ? ਹੂ ਇਜ਼ ਹੀ, ਵਿਚ ਕਪੈਸਿਟੀ ਹੀ ਟਾਕ ਅਬਾਊਟ? ਖਬਰ ਤਜਿੰਦਰ ਤੁਸੀਂ ਪੜ੍ਹੇ ਲਿਖੇ ਹੋ ਬੇਟਾ, ਮੈਨੂੰ ਸਮਝਦੇ ਤੁਸੀਂ ਮੇਰੇ ਭੈਣੇ ਹੋ ਕਿ ਤੁਹਾਨੂੰ ਨਹੀਂ ਸਮਝ ਆਉਂਦੀ ਕਿ ਕਿਹੜੀ ਕਪੈਸਿਟੀ ਦੇ ਵਿੱਚ ਇਹ ਜਾ ਕੇ ਪੁਲਿਸ ਡਿਪਾਰਟਮੈਂਟ ਤੋਂ ਆਪ ਬਚ ਕੇ ਆ ਤੁਹਾਡੇ ਕੋਲ ਵਿਡਰਾਅ ਤੁਹਾਨੂੰ ਕੰਪਲੀਟ। ਮੈਂ ਵਕੀਲ ਕਹਿੰਦਾ ਮੈਂ ਵਕੀਲ ਕਰਦਾ ਆ ਤੇ ਜਿਹੜਾ ਤੁਹਾਡੇ ਕੇਸ ਖਰਾਬ ਹੋਏ ਆ ਉਹ ਸਾਰੇ ਮੁੜ ਕੇ ਠੀਕ ਹੋਊਗੇ। ਤੁਸੀਂ ਵਿਸ਼ਵਾਸ ਕਰਕੇ ਵਨ ਸਾਈਡਡ ਕਰਕੇ ਉਹ ਆਈ ਨੋ ਜਿਹੜੀ ਔਰਤ ਹੈ ਨਾ, ਕੋਈ ਵੀ ਔਰਤ ਹੈ ਨਾ, ਉਹ ਹਮੇਸ਼ਾ ਹੀ ਇੱਕਦਮ ਵਿਸ਼ਵਾਸ ਕਰ ਲੈਂਦੀ ਆ, ਜਿਸ ਕਰਕੇ ਸੰਤੁਲਨ ਜਿਹੜੀ ਹੈ ਜਲਦੀ ਵਿੱਚ ਇੱਕ ਔਰਤ ਆਪਣਾ ਗਵਾਉਂਦੀ ਹੈ। ਤੁਸੀਂ ਆਲਰੇਡੀ ਡਿਸਟਰਬ ਹੋ ਘਰ ਪੱਖੋਂ, ਬੱਚੇ ਪੱਖੋਂ, ਆਪਣੇ ਇੰਨਾ ਦਿਮਾਗ ਸੇ ਕੰਮ ਨਹੀਂ ਕਰਦਾ ਜੇ ਇੰਨਾ ਕੁਝ ਤੁਹਾਡੇ ਨਾਲ ਹੋਇਆ। ਆਈ ਅੰਡਰਸਟੈਂਡ, ਵੈਰੀ ਸੈਡ ਪਾਰਟ ਡੀਅਰ। 1 ਸੈਕਿੰਡ ਲਾਈਨ ਹੋਲਡ ਰੱਖੋ। ਮਿਸਟਰ ਟੀਨਸ ਦਾ ਕੁਝ ਕਹਿਣਾ ਚਾਹੁੰਦਾ, ਤੁਹਾਡੇ ਨਾਲ ਨਹੀਂ ਮੇਰੇ ਨਾਲ ਗੱਲਬਾਤ ਕਰਨਗੇ। ਉਹ ਸਿਰਫ ਆਈ ਥਿੰਕ ਉਹਨਾਂ ਨੇ ਦੱਸਣਾ ਕਿ ਕਿਹੜੇ ਫਿਲਮ ਦੇ ਐਕਟਰ ਨੇ, ਉਹ ਮੈਨੂੰ ਐਕਟਰ ਬਾਰੇ ਗੱਲ ਕਰਨਗੇ। ਕਾਲਰ, ਤੁਸੀਂ ਜਾਣਦੇ ਹੋ ਜਿਹੜੀ ਕਿਹੜੀ ਕਬੱਡੀ ਬੰਸ ਗੇਮ ਵਿੱਚ ਕਿਹੜੇ ਲੋਕਾਂ ਨੇ ਕੰਮ ਕੀਤਾ? ਇਹ ਦੇਖਿਓ ਜੀ, ਇਹ ਬਰਿੰਦਰ ਘੁੰਮਣੀਆ ਮੁੰਡਾ ਜਿਹੜਾ ਬੋਡੀ ਬਿਲਡਰ ਆ। ਅੱਛਾ, ਬਰਿੰਦਰ ਘੁੰਮਣ। ਹੋਰ ਕੌਣ ਸੀ ਇਹਦੇ ਵਿੱਚ? ਬਾਕੀ ਹੁਣ ਚੇਤਾ ਨਹੀਂ ਚਿਰ ਹੋ ਗਿਆ ਦੇਖਿਆ ਨੂੰ। ਬਾਕੀ ਇਹ ਧਨੋਆ ਸਾਹਿਬ ਜਿਹੜੇ ਪਰਸਰਾਮਪੁਰ ਤੱਲਣ ਲੱਗੇ ਰਹੇ ਆ ਜੀ ਪਿੰਡ ਦੇ, ਉੱਥੇ ਬੜੇ ਮੇਲੇ ਮੂਲੇ ਕਰਾਉਂਦੇ ਰਹੇ ਆ, ਗੁਰੂਗੋਬਿੰਦ ਸਟੇਡੀਅਮ ਵਿੱਚ ਵੀ ਕਰਾਉਂਦੇ ਰਹੇ ਜਾ ਕੇ ਆਪਣੇ। ਆਈ ਲੋਕਾਂ ਦੇ ਪੈਸੇ ਨਾਲ ਕੁਝ ਵੀ ਹੋ ਸਕਦਾ। ਪਰਸਪੁਰ ਤੋਂ ਹੈ, ਪਰਸਪੁਰ ਹੈ। ਹਾਂਜੀ, ਪਰਸਰਾਮਪੁਰ ਆ ਤੱਲਣ ਦੇ ਨਾਲ। ਪਰਸਰਾਮਪੁਰ ਤੋਂ ਹੈ। ਹਾਂਜੀ, ਉੱਥੇ ਕਾਫੀ ਬਿਗ ਨਾਂ ਆ ਇੰਗਲੈਂਡ ਵਿੱਚ ਬੰਦੇ ਧਨੋਏ ਦਾ। ਤਾਂ ਵਿਚਾਰੇ ਆ ਟੀਮ ਫਸ ਗਿਆ ਹੋਣੇ ਇਹਨਾਂ ਦਾ। ਇਹ ਚੈਨਲ ਜਿਹੜਾ ਉਹ ਵੀ ਮੈਨੂੰ ਪਤਾ, ਮੇਰੇ ਸਿਸਟਰ ਰਹਿੰਦੇ ਉੱਥੇ ਬੋਲੋ ਹਾਟਰ 'ਚ, ਮੈਨੂੰ ਪਤਾ ਚੈਨਲ ਖੋਲਿਆ ਐਡੀ ਚੈਨਲ ਉੱਥੇ ਉਹ ਚੱਲਦਾ। ਜਿਹੜਾ ਇਹਨਾਂ ਦਾ ਮੁੰਡਾ ਮਾਰਿਆ ਉਹਦੀ ਬਹੁਤ ਸਾਡੇ ਮੇਰੇ ਸਿਸਟਰ ਦੱਸਿਆ ਸੀ ਮੈਨੂੰ, ਏਦਾਂ ਹੋਇਆ ਇੱਥੇ ਨਾ। ਓਕੇ, ਮਿਹਰਬਾਨੀ ਜੀ। ਓਕੇ, ਸੌਰੀ। ਹਾਂਜੀ, ਵੈਰੀ ਸੈਡ ਪਾਰਟ। ਸੋ ਇਹ ਪਸਰਾਮਪੁਰ ਤੋਂ ਆ ਇਹ ਤਰੁਆ ਜੀ ਤੁਸੀਂ ਪ੍ਰੋਮਿਸ ਸੁਣਦੇ ਹੋ ਔਰ ਯੂ ਕੈਨ ਕਾਲ ਅਸ। ਔਰ ਤੁਸੀਂ ਕਹਿ ਰਹੇ ਹੋ ਕਿ ਮੈਂ ਤੁਹਾਡੇ ਫੰਕਸ਼ਨ ਤੇ ਗਿਆ। ਆਈ ਡੋਂਟ ਨੋ, ਹੋ ਸਕਦਾ ਕਿ ਤੁਹਾਡੇ ਫੰਕਸ਼ਨ ਤੇ ਕਮੇਟੀ ਵਿੱਚ ਕੋਈ ਜਾਣਦਾ ਹੋ, ਮੈਨੂੰ ਸੱਦ ਲਿਆ ਹੋ, ਮੈਂ ਗਿਆ ਹੋਵਾਂ, ਮੈਂ ਮੁਰਕਰ ਨਹੀਂ ਹੋ ਸਕਦਾ। ਬਟ ਮੇਰਾ ਕੋਈ ਲੈਣ ਦੇਣ ਨਹੀਂ। ਆਈ ਨੈਵਰ ਮੈਟ ਦਿਸ ਗਾਈ ਮਾਈਟ, ਕਿਉਂਕਿ ਹੁਣ ਇੰਨੇ ਲੋਕਾਂ 'ਚ ਖੜੇ ਹੋ ਮੈਂ ਤੁਹਾਨੂੰ ਯਾਦ ਨਹੀਂ ਹੁੰਦਾ। ਸੋ ਹਰ ਇੱਕ ਬੰਦੇ ਦੀ ਲਾਈਫ ਬਿਜ਼ੀ ਆ।